ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਪਵਿੱਤਰ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਬਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਧੰਨ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਸਾਨੂੰ ਕਲਯੁਗੀ ਜੀਵਾਂ ਨੂੰ, ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਜਪ ਜੀ ਸਾਹਿਬ ਰਾਤੀ ਰਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜਪ ਜੀ ਸਾਹਿਬ, ਜਿਸ ਵਿੱਚੋਂ 34 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਇਸ ਅੰਮ੍ਰਿਤਮਈ ਬਚਨਾਂ ਵਿੱਚ ਕਿਰਪਾ ਕਰਦੇ ਨੇ। ਪਰਮੇਸ਼ਵਰ ਨੇ ਇਸ ਕੁਦਰਤ ਨੂੰ ਜਦੋਂ ਸਾਜਿਆ ਔਰ ਕੁਦਰਤ ਨੂੰ ਸਾਜ ਕੇ ਇਹ ਸਾਰੀਆਂ ਬਖਸ਼ਿਸ਼ਾਂ ਉਹਦੇ ਵਿੱਚ ਭਰੀਆਂ ਨੇ। ਹੁਣ ਤੱਕ ਦੀ ਵਿਚਾਰ ਦੇ ਵਿੱਚ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਉਹ ਸਮਝ ਕੇ ਆਏ ਹਾਂ ਕਿ ਪਰਮੇਸ਼ਵਰ ਜਿਹਦੀ ਸਥਾਪਨਾ ਇਸ ਸੰਸਾਰ ਦੇ ਵਿੱਚ ਸਾਡੇ ਕੋਲੋਂ ਨਹੀਂ ਕੀਤੀ ਜਾ ਸਕਦੀ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਪਰ ਉਹ ਜਿਹਨੂੰ ਅਸੀਂ ਨਹੀਂ ਥਾਪ ਸਕਦੇ, ਜਿਹਦੀ ਰਚਨਾ ਅਸੀਂ ਨਹੀਂ ਕਰ ਸਕਦੇ, ਉਸ ਕਾਦਰ ਨੇ ਇਸ ਕੁਦਰਤ ਨੂੰ ਸਾਜਿਆ ਹੈ ਔਰ ਇਸ ਕੁਦਰਤ ਨੂੰ ਸਾਜ ਕੇ ਆਵਨ ਔਰ ਜਾਵਣ ਦੀ ਇੱਕ ਖੇਡ ਬਣਾ ਦਿੱਤੀ ਹੈ, ਜਿਹਦੇ ਵਿੱਚੋਂ ਦੀ ਅਸੀਂ ਸਫਲ ਹੋ ਕੇ, ਕਾਮਯਾਬ ਹੋ ਕੇ ਮਾਲਕ ਦੇ ਘਰ ਵਿੱਚ ਜਾਣਾ। ਜਾਂ ਇਸ ਤਰ੍ਹਾਂ ਕਹਿ ਲਵਾਂ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਅਸੀਂ ਆਪਣੇ ਜਨਮ ਨੂੰ ਸਵਾਰ ਕੇ ਮਾਲਕ ਦੀ ਦਰਗਾਹ, ਉਸ ਮਾਲਕ ਦੇ ਘਰ ਵਿੱਚ ਜਾ ਕੇ ਸਦਾ ਲਈ ਸਮਾਉਣਾ ਹੈ। ਜਿਵੇਂ ਦੁਨਿਆਵੀ ਤਲ ਤੇ ਆਪਾਂ ਵੇਖਦੇ ਹਾਂ ਖਿਡਾਰੀ ਖੇਡਦੇ ਨੇ, ਤੇ ਜਿਵੇਂ ਜਿਵੇਂ ਕੋਈ ਵਧੀਆ ਖਿਡਾਰੀ ਖੇਡਦਾ ਹੈ, ਕਾਮਯਾਬ ਹੁੰਦਾ ਹੈ, ਫਿਰ ਉਹ ਅਗਾਂਹ ਨੂੰ ਵੱਧਦਾ ਜਾਂਦਾ ਹੈ ਔਰ ਇੱਕ ਦਿਨ ਉਹ ਇੰਟਰਨੈਸ਼ਨਲ ਖਿਡਾਰੀ ਬਣ ਕੇ ਸਫਲ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਵੀ ਇੱਕ ਦੌੜ ਜਿਹੜੀ ਹੈ ਉਹ ਲੱਗੀ ਹੈ। ਅਸੀਂ ਵੱਖ-ਵੱਖ ਜਿਹੜੀਆਂ ਖੇਡਾਂ ਨੇ ਉਹਦੇ ਵਿੱਚੋਂ ਦੀ ਸਫਲ ਹੁੰਦੇ ਹੁੰਦੇ ਇਸ ਮਨੁੱਖਾ ਦੇਹੀ ਵਿੱਚ ਆਏ ਹਾਂ ਔਰ ਇਸ ਮਨੁੱਖਾ ਦੇਹੀ ਵਿੱਚ ਵੀ ਸਾਹਿਬ ਨੇ ਆਖਿਆ, ਆਵਨ ਜਾਨ ਇੱਕ ਖੇਲ ਬਣਾਇਆ।
ਇਹ ਆਉਣ ਤੇ ਜਾਣ ਦਾ ਇੱਕ ਖੇਡ ਹੈ। ਇਹਦੇ ਵਿੱਚੋਂ ਤੂੰ ਕਾਮਯਾਬ ਹੋਣਾ ਹੈ, ਇਹਦੇ ਵਿੱਚੋਂ ਦੀ ਤੂੰ ਸਫਲ ਹੋਣਾ ਹੈ। ਹੁਣ ਬਾਹਰ ਦੇ ਖਿਡਾਰੀ ਨੂੰ ਤੇ ਟਾਈਮ ਦਿੱਤਾ ਜਾਂਦਾ ਹੈ, ਸਮਾਂ ਦਿੱਤਾ ਜਾਂਦਾ ਹੈ ਵੀ ਤੇਰੇ ਕੋਲ ਇੰਨਾ ਟਾਈਮ ਹੈ, ਇੰਨਾ ਸਮਾਂ ਹੈ, ਤੇ ਉਹਨੂੰ ਪਤਾ ਹੈ ਕਿ ਇੰਨਾ ਸਮਾਂ ਮੇਰਾ ਲੰਘ ਗਿਆ, ਇੰਨਾ ਸਮਾਂ ਰਹਿ ਗਿਆ। ਉਹ ਨਾਲ ਨਾਲ ਉਹਨੂੰ ਸਮੇਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਪਰ ਜਿਹੜਾ ਜੀਵਨ ਅਸੀਂ ਜੀਵਨ ਵਿੱਚ ਆਵਣ ਜਾਣ ਦੀ ਖੇਡ ਜਿਹੜੀ ਹੈ ਉਹ ਲੈ ਕੇ ਆਏ ਹਾਂ, ਇਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਸਮਾਂ ਕਦੋਂ ਮੁੱਕ ਜਾਣਾ ਹੈ। ਇੱਥੇ ਸਾਨੂੰ ਸਮੇਂ ਦੇ ਮੁੱਕਣ ਦਾ ਨਹੀਂ ਪਤਾ ਵੀ ਥੋੜਾ ਰਹਿ ਗਿਆ, ਬਹੁਤਾ ਰਹਿ ਗਿਆ। ਇਸ ਲਈ ਜੋ ਸਾਡੇ ਕੋਲ ਸਮਾਂ ਹੈ, ਅਸੀਂ ਉਸ ਸਮੇਂ ਦੇ ਵਿੱਚ ਕਾਮਯਾਬ ਹੋਣ ਦਾ ਯਤਨ ਕਰਨਾ ਹੈ। ਅਸੀਂ ਉਸ ਸਮੇਂ ਨੂੰ ਸੰਭਾਲ ਕੇ ਮਾਲਕ ਦੇ ਘਰ ਦੇ ਵਿੱਚ ਪ੍ਰਵਾਨ ਹੋਣ ਦਾ ਯਤਨ ਕਰਨਾ ਹੈ। ਤੇ ਜੇ ਅਸੀਂ ਵਰਤਮਾਨ ਵਾਲਾ ਸਮਾਂ ਅਜਾਈਂ ਹੀ ਗਵਾ ਦਿੱਤਾ, ਬੇਅਰਥ ਹੀ ਗਵਾ ਦਿੱਤਾ, ਇਹ ਸੋਚ ਕੇ ਵੀ ਕੱਲ ਨੂੰ ਵੇਖਾਂਗੇ, ਵੀ ਅੱਜ ਅਸੀਂ ਮਾੜੀਆਂ ਆਦਤਾਂ ਨਹੀਂ ਛੱਡੀਆਂ, ਬੁਰੀਆਂ ਆਦਤਾਂ ਨਹੀਂ ਛੱਡੀਆਂ, ਮਾੜੇ ਕਰਮ ਕਰਨੇ ਨਹੀਂ ਛੱਡੇ, ਇਹ ਸੋਚ ਕੇ ਵੀ ਕੱਲ ਨੂੰ ਛੱਡਾਂਗੇ, ਤੇ ਫਿਰ ਕੱਲ ਵਾਲਾ ਸਮਾਂ ਪਤਾ ਨਹੀਂ ਸਾਨੂੰ ਸਾਡੇ ਹੱਥ ਆਵੇ ਕਿ ਨਾ ਆਵੇ। ਇਹਦਾ ਮਤਲਬ ਅੱਜ ਜਿਹੜਾ ਸਮਾਂ ਨਿਕਲ ਕੇ ਗਿਆ, ਅਸੀਂ ਉਹ ਬਾਜੀ ਜਿੱਤਣ ਦੀ ਬਜਾਏ ਹਾਰ ਗਏ। ਬਾਜੀ ਇਹ ਤਾਂ ਹੀ ਜਿੱਤੀ ਜਾਏਗੀ ਜੇ ਸਾਡੇ ਅੰਦਰ ਜਾਉ ਤਉ ਪ੍ਰੇਮ ਖਿਲਨ ਕਾ ਚਾਉ ਪੈਦਾ ਹੋਏਗਾ। ਤੇ ਜੇ ਸਾਡੇ ਅੰਦਰ ਅੱਜ ਇਹ ਚਾਉ ਪੈਦਾ ਨਾ ਹੋਇਆ ਤੇ ਕੱਲ ਦੀ ਉਮੀਦ ਨਹੀਂ ਕਿ ਕੱਲ ਵਾਲਾ ਸਮਾਂ ਸਾਨੂੰ ਮਿਲੇਗਾ। ਇਸ ਲਈ ਸਾਹਿਬ ਕਹਿੰਦੇ ਹੋ ਸਕਦਾ ਹੈ ਅੱਜ ਸਮਾਂ ਤੇਰੇ ਹੱਥੋਂ ਨਿਕਲਿਆ ਤੇ ਤੂੰ ਜ਼ਿੰਦਗੀ ਦੀ ਬਾਜੀ ਹਾਰ ਗਿਆ। ਅਸੀਂ ਵਰਤਮਾਨ ਨੂੰ ਸੰਭਾਲਣਾ ਹੈ ਤੇ ਇਹੀ ਸੰਭਾਲਣਾ ਸਾਡੇ ਲਈ ਬੜਾ ਔਖਾ ਹੈ। ਜੋ ਵਰਤ ਰਿਹਾ ਹੈ ਸਮਾਂ, ਜਿਹਦੇ ਵਿੱਚ ਅਸੀਂ ਵਰਤ ਰਹੇ ਹਾਂ, ਉਹਨੂੰ ਸੰਭਾਲਣਾ ਹੀ ਬੜਾ ਔਖਾ ਹੈ। ਦੋ ਵਕਤ, ਦੋ ਸਮੇਂ ਅਸੀਂ ਹਮੇਸ਼ਾ ਸੰਭਾਲ ਕੇ ਚੱਲਦੇ ਹਾਂ, ਇੱਕ ਬੀਤ ਗਿਆ ਤੇ ਇੱਕ ਆਉਣ ਵਾਲਾ। ਪਰ ਜੋ ਵਰਤ ਰਿਹਾ, ਜਿਹਦੇ ਵਿੱਚ ਆਪਾਂ ਵਰਤ ਰਹੇ ਹਾਂ, ਉਹਨੂੰ ਸੰਭਾਲ ਲੈਣਾ ਹੀ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹੀ ਗੱਲ ਬਾਰ-ਬਾਰ ਸਮਝਾਈ ਹੈ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਹੁਣ ਕਹਿਆ ਕੀ ਮੰਨਣਾ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਬੀਤ ਜਾਹੇ ਜਨਮ ਅਕਾਜ ਰੇ। ਤੇਰਾ ਜਨਮ ਜਿਹੜਾ ਹੈ ਉਹ ਬੀਤ ਰਿਹਾ, ਸਮਾਂ ਬੀਤ ਰਿਹਾ ਹੈ। ਜ਼ਿੰਦਗੀ ਦੀ ਖੇਡ ਜਿਹੜੀ ਤੈਨੂੰ ਦਿੱਤੀ ਸੀ ਬਾਜੀ ਜਿੱਤਣ ਵਾਸਤੇ, ਉਹ ਜ਼ਿੰਦਗੀ ਦੀ ਖੇਡ ਦਾ ਸਮਾਂ ਮੁੱਕ ਰਿਹਾ ਹੈ ਤੇ ਹਜੇ ਤੱਕ ਤੂੰ ਉਹ ਯਤਨ, ਉਹ ਉਦਮ, ਉਹ ਉਪਰਾਲਾ ਜਿਹੜਾ ਹੈ ਉਹ ਕੀਤਾ ਨਹੀਂ। ਇਸ ਲਈ ਉਹ ਯਤਨ ਕਰ ਤਾਂ ਕਿ ਤੈਨੂੰ ਇਸ ਜੀਵਨ ਦੇ ਵਿੱਚ ਕਾਮਯਾਬੀ ਮਿਲੇ, ਤੂੰ ਆਪਣਾ ਜਨਮ ਜਿਹੜਾ ਹੈ ਉਹ ਸਵਾਰ ਕੇ ਚੱਲੇ। ਇਸ ਲਈ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਦਾ ਖਜ਼ਾਨਾ ਦਿੱਤਾ ਕਿ ਤੁਸੀਂ ਹਰ ਦਿਨ ਜਿਹੜਾ ਤੁਹਾਨੂੰ ਸਮਾਂ ਮਿਲਦਾ ਹੈ ਉਹਦਾ ਸ਼ੁਕਰਾਨਾ ਕਰਕੇ ਕਿ ਅੱਜ ਇੱਕ ਦਿਨ ਹੋਰ ਮਿਲ ਗਿਆ ਜਾਂ ਇੱਕ ਸਵਾਸ ਹੋਰ ਮਿਲ ਗਿਆ, ਕਿਉਂਕਿ ਅਸੀਂ ਹੈ ਤੇ ਹਮ ਆਦਮੀ ਹਾਂ, ਇੱਕਦਮ ਹੀ ਹੈ ਤੇ ਇੱਕਦਮ। ਪਰ ਜੇ ਅਗਲਾ ਦਮ ਸਾਨੂੰ ਮਿਲਦਾ ਹੈ ਤੇ ਉਹ ਸ਼ੁਕਰਾਨੇ ਦਾ ਹੈ। ਇਸੇ ਤਰ੍ਹਾਂ ਅਗਲੇ ਜਿੰਨੇ ਸਵਾਸ ਨੇ ਜਿਵੇਂ ਜਿਵੇਂ ਮਿਲਦੇ ਆ ਤਿਵੇਂ ਤਿਵੇਂ ਸ਼ੁਕਰਾਨਾ ਕਿ ਮੈਨੂੰ ਆਪਣਾ ਜੀਵਨ ਸਵਾਰਨ ਵਾਸਤੇ, ਜਨਮ ਨੂੰ ਲੇਖੇ ਵਿੱਚ ਲਾਉਣ ਵਾਸਤੇ, ਜੀਵਨ ਜਾਚ, ਜੀਵਨ ਜੁਗਤ ਨੂੰ ਸਿੱਖਣ ਵਾਸਤੇ ਇੱਕ ਸਮਾਂ ਹੋਰ ਮਿਲ ਗਿਆ, ਅਗਲਾ ਥੋੜਾ ਸਮਾਂ ਹੋਰ ਮਿਲ ਗਿਆ। ਜਦੋਂ ਤੱਕ ਸਮਾਂ ਮਿਲਦਾ ਜਾਏਗਾ ਅਸੀਂ ਇਸ ਜੀਵਨ ਜਾਚ ਨੂੰ ਸਿੱਖਦਿਆਂ ਕਾਮਯਾਬੀ ਵੱਲ ਵਧਣਾ। ਦੂਸਰੀ ਗੱਲ ਕਿ ਆਪਣੇ ਪਿਛਲੇ ਪਾਸੇ ਅਸੀਂ ਦੇਖੀਏ, ਪਸ਼ੂਆਂ ਵੱਲ, ਪੰਛੀਆਂ ਵੱਲ, ਕੀਟ ਪਤੰਗਿਆਂ ਵੱਲ, ਤੇ
ਜਦੋਂ ਅਸੀਂ ਉਹਨਾਂ ਵੱਲ ਝਾਤ ਮਾਰਾਂਗੇ ਤੇ ਇਸ ਤਰ੍ਹਾਂ ਲੱਗੇਗਾ ਵੀ ਅਸੀਂ ਇਸ ਦੌੜ ਵਿੱਚੋਂ ਲੰਘ ਕੇ ਅੱਗੇ ਆਏ ਹਾਂ। ਉਹ ਇੱਕ ਦੌੜ ਹੈ, ਇੱਕ ਖੇਡ ਹੈ। ਅਸੀਂ ਉਹਨਾਂ ਵਿੱਚੋਂ ਕਾਮਯਾਬ ਹੁੰਦੇ ਇਸ ਮਨੁੱਖਾ ਜਨਮ ਤੱਕ ਅਸੀਂ ਪਹੁੰਚੇ ਹਾਂ। ਉਹ ਇੱਕ ਦੌੜ ਲੱਗੀ ਹੋਈ ਹੈ। ਜਿਹੜੇ ਉਹਦੇ ਵਿੱਚੋਂ ਦੀ ਕਾਮਯਾਬ ਹੋ ਗਏ ਉਹ ਮਨੁੱਖਾ ਦੇਹੀ ਵਿੱਚ ਆ ਗਏ, ਪਰ ਜਿਹੜੇ ਇੱਥੇ ਕਾਮਯਾਬ ਹੋਣਗੇ ਉਹ ਫਿਰ ਵਾਹਿਗੁਰੂ ਜੀ ਦੇ ਘਰ ਵਿੱਚ ਸਮਾ ਜਾਣਗੇ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਜਿਹੜੇ ਇੱਥੇ ਫੇਲ ਹੋ ਜਾਣਗੇ ਫਿਰ ਉੱਥੇ ਪਿਛਾਂ ਤੋਂ ਗਿਣਤੀ ਫਿਰ ਸ਼ੁਰੂ ਇੱਕ ਤੋਂ ਹੋਏਗੀ, ਕਿਉਂਕਿ ਇਹ ਲਾਸਟ ਸਟੇਜ ਹੈ ਮਨੁੱਖਾ ਦੇਹੀ। ਇਸ ਤੋਂ ਬਾਅਦ ਗਿਣਤੀ ਫਿਰ ਦੁਬਾਰਾ ਉਹੀ ਸ਼ੁਰੂ ਹੋਣੀ ਹੈ। ਸਾਨੂੰ ਇਸ ਜਨਮ ਦੇ ਵਿੱਚ ਉਹ ਕਰਮ ਕਰਨਾ ਚਾਹੀਦਾ ਹੈ ਜਿਹਦੇ ਨਾਲ ਦੁਬਾਰਾ ਸਾਨੂੰ ਇੱਕ ਤੋਂ ਗਿਣਤੀ ਨਾ ਸ਼ੁਰੂ ਕਰਨੀ ਪਏ। ਦੁਬਾਰਾ ਫਿਰ ਇਹ ਦੌੜ ਜਿਹੜੀ ਹੈ ਇਹਨੂੰ ਦੁਬਾਰਾ ਫਿਰ ਸ਼ੁਰੂਆਤ ਇਹਦੀ ਨਾ ਕਰਨੀ ਪਏ। ਨਹੀਂ ਤਾਂ ਸਾਹਿਬ ਕਹਿੰਦੇ ਇਹ ਤੇ ਹੋਣਾ ਹੀ ਹੋਣਾ ਹੈ। ਇੱਕ ਨੇ ਲਾਹਾ ਲੈ ਜਾਣਾ ਹੈ, ਇੱਕ ਨੇ ਮੂਲ ਗਵਾ ਜਾਣਾ ਹੈ। ਇੰਨੀ ਮਿਹਨਤ ਕੀਤੀ ਹੋਈ ਬੇਕਾਰ ਚਲੀ ਜਾਏਗੀ। ਮਨਮੁਖ ਚੱਲੇ ਮੂਲ ਗਵਾਏ। ਅਸੀਂ ਮਨਮੁਖ ਨਹੀਂ ਗੁਰਮੁਖ ਬਣ ਕੇ ਜਨਮ ਸਵਾਰਨਾ ਹੈ। ਉਹਦੇ ਲਈ ਸਾਨੂੰ ਇਹ ਅਸਥਾਨ ਦਿੱਤਾ ਹੈ, ਰੱਬੀ ਬਾਣੀ ਦਾ ਖਜ਼ਾਨਾ ਦਿੱਤਾ ਹੈ, ਤਾਂ ਕਿ ਤੁਸੀਂ ਇਸ ਦੇ ਰਾਹੀਂ ਆਪਣੇ ਜਨਮ ਨੂੰ ਸਵਾਰ ਸਕੋ। ਅੱਜ ਦੀ ਵਿਚਾਰ ਦੇ ਅੰਦਰ ਧੰਨ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਰਾਤੀ ਰੁੱਤੀ ਥਿੱਤੀ ਵਾਰ, ਜਿਸ ਸਮੇਂ ਦੇ ਵਿੱਚ ਆਪਾਂ ਜੀ ਰਹੇ ਹਾਂ, ਇੱਥੇ ਰਾਤੀ ਆ ਜਿਹੜੀਆਂ ਰਾਤਾਂ ਨੇ, ਰੁੱਤੀ ਜਿਸ ਅਸੀਂ ਥਾਂ ਤੇ ਰਹਿ ਰਹੇ ਹਾਂ, ਜੀ ਰਹੇ ਹਾਂ, ਸਮੇਂ ਦੇ ਮੁਤਾਬਕ 6 ਰੁੱਤਾਂ ਜਿਹੜੀਆਂ ਨੇ ਆਉਂਦੀਆਂ ਨੇ, ਜਾਂਦੀਆਂ ਨੇ, ਬਦਲਦੀਆਂ ਰਹਿੰਦੀਆਂ ਨੇ। ਥਿੱਤੀ ਸਾਡੇ ਸੋਚ ਮੰਡਲ ਨੇ 15 ਥਿੱਤ ਜਿਹੜੀਆਂ ਉਹ ਬਣਾ ਦਿੱਤੀਆਂ। ਵਾਰ ਜਿਸ ਅਸੀਂ ਸੰਸਾਰ ਵਿੱਚ ਰਹਿ ਰਹੇ ਹਾਂ ਉੱਥੇ ਅਸੀਂ 7 ਵਾਰ ਜਿਹੜੇ ਆ ਉਹ ਬਣਾ ਦਿੱਤੇ ਨੇ। ਸਾਹਿਬ ਜੀ ਕਹਿੰਦੇ ਇਹ ਜਿਹੜੀ ਹੁਣ ਰਾਤਾਂ ਤੁਹਾਡੇ ਜੀਵਨ ਵਿੱਚ ਆ ਰਹੀਆਂ ਨੇ, ਰੁੱਤਾਂ ਆ ਰਹੀਆਂ ਨੇ, ਥਿੱਤਾਂ ਆ ਰਹੀਆਂ ਨੇ, ਇਹ ਜਿਹੜੇ ਵਾਰ ਤੁਹਾਡੇ ਜੀਵਨ ਦੇ ਵਿੱਚ ਆ ਰਹੇ ਨੇ, ਸਾਹਿਬ ਜੀ ਕਹਿੰਦੇ ਨੇ ਪਵਨ ਪਾਣੀ ਅਗਨੀ ਪਾਤਾਲ। ਇਹ ਕਿਉਂ ਆ ਰਹੇ ਨੇ? ਕਿਉਂਕਿ ਉਸ ਕਰਤੇ ਨੇ ਕੁਦਰਤ ਨੂੰ ਸਾਜ ਕੇ ਪਵਨ ਪਾਣੀ ਅਗਨੀ ਪਾਤਾਲ, ਇਹ ਇੱਕ ਰਚਨਾ ਉਸ ਮਾਲਕ ਨੇ ਕੀਤੀ ਹੈ। ਜਦੋਂ ਇਹ ਸ੍ਰਿਸ਼ਟੀ ਇਹ ਕੁਦਰਤ ਨੂੰ ਨਹੀਂ ਸੀ ਸਾਜਿਆ, ਉਦੋਂ ਕੀ ਸੀ? ਅਰਬਦ ਨਰਬਦ ਧੁੰਦੂ ਕਾਰਾ। ਉਦੋਂ ਨਾ ਇਹ ਗਗਨ ਹੈ, ਨਾ ਧਰਤੀ ਹੈ, ਨਾ ਆਸਮਾਨ ਵਿੱਚ ਤਾਰੇ ਨੇ, ਨਾ ਚੰਦਰਮਾ ਹੈ, ਨਾ ਹਵਾ ਹੈ, ਨਾ ਪਾਣੀ ਹੈ, ਨਾ ਅਗਨੀ ਹੈ। ਔਰ ਸਾਡਾ ਵੀ ਇਹ ਜਿਹੜਾ ਸਰੀਰ ਬਣਾਇਆ ਮਾਲਕ ਨੇ 5 ਤੱਤਾਂ ਦਾ ਸੁਮੇਲ ਹੈ। ਇਹਦੇ ਵਿੱਚ ਵੀ ਅਗਨੀ ਹੈ, ਹਵਾ ਹੈ, ਪਾਣੀ ਹੈ। ਸਾਹਿਬ ਜੀ ਕਹਿੰਦੇ ਨੇ ਆਹ ਜਿਹੜਾ ਪਾਣੀ, ਪਵਨ ਕਹਿੰਦੇ ਹਵਾ ਨੂੰ, ਪਵਨ ਪਾਣੀ ਅਗਨੀ ਪਾਤਾਲ, ਇਸ ਧਰਤੀ ਦੇ ਹੇਠ ਜਿਹੜਾ ਪਾਤਾਲ ਹੈ, ਜੋ ਇਹਦੀ ਰਚਨਾ ਉਸ ਕਰਤੇ ਨੇ ਕੀਤੀ, ਕਾਦਰ ਨੇ ਕੀਤੀ, ਉਹਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਵੇਖਦੇ ਹਾਂ ਰਾਤਾਂ ਵੀ ਨੇ, ਰੁੱਤਾਂ ਵੀ ਨੇ, ਥਿੱਤਾਂ ਵੀ ਨੇ, ਤੇ ਵਾਰ ਵੀ ਜਿਹੜੇ ਨੇ ਉਹ ਅਸੀਂ ਵੇਖਦੇ ਹਾਂ। ਜਿਵੇਂ 7 ਵਾਰ, ਤੇ ਗੁਰਬਾਣੀ ਵਿੱਚ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਜੇ ਭਰਮ ਗੜ ਤੋਂ ਨਿਕਲਣਾ ਹੈ, ਭਰਮ ਗੜ ਨੂੰ ਤੋੜਨਾ ਹੈ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ 7 ਵਾਰ ਦੀ ਵਿਚਾਰ ਸਮਝਣੀ ਪਏਗੀ। ਜੇ ਅਸੀਂ ਭਰਮ ਗੜ ਵਿੱਚੋਂ ਦੀ ਨਿਕਲਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ 15 ਥਿੱਤਾਂ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਮਝਣੀ ਪਏਗੀ। ਸਾਨੂੰ ਜਿਹੜੀਆਂ 6 ਰੁੱਤਾਂ ਨੇ ਉਹ ਸਾਨੂੰ 12 ਮਾਹਾਂ ਦੀ ਬਾਣੀ ਵਿੱਚੋਂ ਦੀ ਸਮਝਣੀਆਂ ਪੈਣਗੀਆਂ। ਔਰ ਸਾਡੀ ਜ਼ਿੰਦਗੀ ਦੀ ਜਿਹੜੀ ਰਾਤ ਮੁੱਕ ਚੱਲੀ ਹੈ ਉਹ ਸਾਨੂੰ ਸਮਝਣੀ ਪਏਗੀ ਕਿ ਮੇਰੀ ਜ਼ਿੰਦਗੀ ਵਿੱਚ ਵੀ ਬੜੀਆਂ ਰਾਤਾਂ ਆਈਆਂ, ਪਰ ਇੱਕ ਦਿਨ ਇਸ ਰਾਤ ਨੇ ਵੀ ਮੁੱਕ ਜਾਣਾ। ਇਹ ਸਾਰੀਆਂ ਗੱਲਾਂ ਸਾਨੂੰ ਗੁਰਬਾਣੀ ਵਿੱਚੋਂ ਹੀ ਸਮਝ ਆਉਣਗੀਆਂ।
ਪਰ ਇਹਨਾਂ ਦੀ ਬਣਤਰ ਜਿਹੜੀ ਹੈ ਉਹ ਕਿਉਂ ਹੋਈ ਹੈ? ਕਿਉਂਕਿ ਉਸ ਮਾਲਕ ਨੇ ਪਵਨ, ਪਾਣੀ, ਅਗਨੀ, ਪਾਤਾਲ ਦਾ ਸੁਮੇਲ ਕਰਕੇ ਇਸ ਕੁਦਰਤ ਨੂੰ ਸਾਜਿਆ ਹੈ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਪਵਨ, ਪਾਣੀ, ਅਗਨੀ, ਪਾਤਾਲ, ਇਹ ਜਿਹੜੀ ਹੈ ਰਚਨਾ ਕਰਕੇ ਉਸ ਕਾਦਰ ਨੇ ਕੁਦਰਤ ਨੂੰ ਸਾਜਿਆ। ਔਰ ਕੁਦਰਤ ਨੂੰ ਸਾਜ ਕੇ ਜਿਹੜੀ ਜਿਸ ਧਰਤੀ ਤੇ ਆਪਾਂ ਰਹਿ ਰਹੇ ਹਾਂ, ਇਸ ਧਰਤੀ ਦੇ ਆਕਾਰ ਤੋਂ ਵੀ ਵੱਡੇ ਵੱਡੇ ਗ੍ਰਹਿ ਮੌਜੂਦ ਨੇ, ਪਰ ਜਿਸ ਥਾਂ ਤੇ ਅਸੀਂ ਰਹਿੰਦੇ ਹਾਂ ਇਹਨੂੰ ਧਰਤੀ ਕਹਿੰਦੇ ਨੇ। ਇਹ ਉਹ ਜ਼ਮੀਨ ਹੈ ਜਿਹਦੇ ਉੱਤੇ ਅਸੀਂ ਰਹਿ ਰਹੇ ਹਾਂ। ਜੇ ਅਸੀਂ ਆਸਮਾਨ ਤੇ ਵੇਖੀਏ ਤੇ ਆਸਮਾਨ ਤੇ ਅਣਗਿਣਤ ਗ੍ਰਹਿ ਨੇ, ਅਣਗਿਣਤ। ਪਰ ਜਿਹੜਾ ਸਾਡਾ ਜੀਵਨ ਸਾਨੂੰ ਜਿਉਣ ਵਾਸਤੇ ਮਿਲਿਆ ਉਹ ਆ ਧਰਤੀ ਹੈ ਜਿੱਥੇ ਜਿਉਣ ਵਾਸਤੇ ਮਿਲਿਆ। ਔਰ ਦੂਸਰੀ ਵਿਚਾਰ ਕਿ ਜਿਸ ਸਰੀਰ ਦੇ ਵਿੱਚ ਆਪਾਂ ਜੀ ਰਹੇ ਹਾਂ ਇਹ ਵੀ ਇੱਕ ਧਰਤੀ ਹੈ, ਕਿਉਂਕਿ ਮਿੱਟੀ ਹੈ ਨਾ। ਜਿਸ ਥਾਂ ਤੇ ਅਸੀਂ ਰਹਿ ਰਹੇ ਹਾਂ ਉਹ ਵੀ ਮਿੱਟੀ ਹੈ। ਔਰ ਸਾਡਾ ਸਰੀਰ ਕੀ ਹੈ? ਇਹ ਵੀ ਮਿੱਟੀ। ਇਹਦੇ ਵਿੱਚ ਵੀ ਪਾਣੀ ਹੈ, ਇਹਦੇ ਵਿੱਚ ਵੀ ਹਵਾ ਹੈ, ਇਹਦੇ ਵਿੱਚ ਵੀ ਅਗਨੀ ਹੈ। ਦੋ ਵਿਚਾਰਾਂ ਨੂੰ ਸਮਝ ਕੇ ਚੱਲਣਾ ਕਿ ਇੱਕ ਆ ਜਿਹੜੀ ਧਰਤੀ ਹੈ ਇਹਨੂੰ ਕਿਉਂ ਥਾਪਿਆ ਗਿਆ, ਇਹਨੂੰ ਧਰਮਸਾਲ ਬਣਾਇਆ ਗਿਆ, ਜਿੱਥੇ ਅਸੀਂ ਧਰਮ ਦੀ ਮਰਿਆਦਾ ਵਿੱਚ ਰਹਿ ਕੇ ਕਮਾਈ ਕਰਨੀ ਹੈ। ਜਿਸ ਧਰਤੀ ਤੇ ਰਹਿ ਕੇ ਅਸੀਂ ਧਰਮ ਨੂੰ ਕਮਾਉਣਾ, ਉਹਦੀ ਜਾਂਚ ਸਿੱਖਣੀ ਹੈ। ਤੇ ਦੂਸਰੀ ਗੱਲ ਆ ਜਿਹੜਾ ਸਾਨੂੰ ਸਰੀਰ ਦਿੱਤਾ ਹੈ, ਮਾਟੀ ਕੇ ਹਮ ਉਤਰੇ ਮਾਨਸ ਰਾਖਿਓ ਨਾਓ, ਆ ਵੀ ਤੇ ਮਿੱਟੀ ਦਾ ਪੁਤਲਾ ਹੈ। ਤੇ ਜਿਸ ਧਰਤੀ ਤੇ ਰਹਿੰਦੇ ਆ ਉਹ ਵੀ ਮਿੱਟੀ ਹੈ। ਉਸੇ ਮਿੱਟੀ ਦੇ ਵਿੱਚ ਹੀ ਪਾਣੀ ਹੈ, ਉਸੇ ਮਿੱਟੀ ਦੇ ਵਿੱਚ ਹੀ ਅੰਨ ਅਨਾਜ ਹੈ, ਉਸੇ ਮਿੱਟੀ ਵਿੱਚ ਹਵਾ ਤੇ ਅਗਨੀ, ਉਹਦੇ ਵਿੱਚ ਹੀ ਉਹਦਾ ਸੁਮੇਲ ਹੈ। ਇਸੇ ਤਰ੍ਹਾਂ ਸਾਡਾ ਵੀ ਆ ਸਰੀਰ ਇੱਕ ਧਰਤੀ ਹੈ। ਅਸੀਂ ਇਹਦੇ ਵਿੱਚ ਕੀ ਕਰਨਾ? ਧਰਮ ਨੂੰ ਕਮਾਉਣਾ। ਫਿਰ ਬੇਨਤੀ ਕਰਾਂ ਕਿ ਆਪਣੇ ਤੋਂ ਪਿਛਾਂ ਅਸੀਂ ਵੇਖਾਂਗੇ ਤੇ ਸਾਨੂੰ ਪਸ਼ੂ, ਪੰਛੀ, ਕੀਟ, ਪਤੰਗੇ ਇਹ ਸਾਰੇ ਨਜ਼ਰ ਆਉਣਗੇ। ਤੇ ਜਦੋਂ ਇਹਨਾਂ ਦੀ ਲਾਈਨ ਵੇਖੋਗੇ ਤੇ ਤੁਸੀਂ ਮਹਿਸੂਸ ਕਰੋ ਮੈਂ ਇਹਨਾਂ ਹੀ ਵਿੱਚੋਂ ਨਿਕਲ ਕੇ ਇੱਥੇ ਤੱਕ ਪਹੁੰਚਿਆ। ਇਹਨਾਂ ਵਿੱਚੋਂ ਦੀ ਨਿਕਲ ਕੇ ਹੀ ਮੈਨੂੰ ਆ ਮਨੁੱਖਾ ਦੇਹੀ ਨਸੀਬ ਹੋਈ ਹੈ। ਇਹ ਕਿਉਂ ਹੋਈ ਹੈ? ਇੱਥੇ ਇਹਨੂੰ ਧਰਮਸਾਲ ਬਣਾਉਣ ਵਾਸਤੇ, ਇਹਨੂੰ ਧਰਮ ਦੀ ਕਮਾਈ ਕਰਨ ਵਾਸਤੇ, ਥਾਂ ਬਣਾਉਣ ਵਾਸਤੇ ਇਹ ਜਨਮ ਸਾਨੂੰ ਤਾਂ ਦਿੱਤਾ ਅਸੀਂ ਧਰਮੀ ਬਣ ਸਕੀਏ। ਅਸੀਂ ਧਰਮੀ ਬਣ ਕੇ ਆਪਣੇ ਕਰਮਾਂ ਤੋਂ ਜਿਹੜਾ ਹੈ ਉਹ ਛੁਟਕਾਰਾ ਪਾ ਸਕੀਏ। ਧਿਆਨ ਰੱਖਣਾ, ਅੱਗੇ ਜਾ ਕੇ ਵਿਚਾਰ ਆਏਗੀ। ਉਸ ਮਾਲਕ ਦੇ ਘਰ ਵਿੱਚ ਕਰਮੀ ਦੀ ਵਿਚਾਰ ਹੈ, ਧਰਮੀ ਦੀ ਵਿਚਾਰ ਨਹੀਂ। ਉੱਥੇ ਲੇਖਾ ਕਰਮੀ ਦਾ ਹੋਣਾ, ਉੱਥੇ ਧਰਮੀ ਦਾ ਲੇਖਾ ਨਹੀਂ ਹੋਣਾ। ਉੱਥੇ ਪੁੱਛ ਗਿੱਛ ਕਰਮ ਕਰਨ ਵਾਲੇ ਕਰਮੀ ਤੋਂ ਹੋਣੀ ਹੈ, ਧਰਮੀ ਤੋਂ ਨਹੀਂ ਹੋਣੀ। ਕਿਉਂਕਿ ਜਿਹਨੇ ਧਰਮਸਾਲ ਵਿੱਚ ਧਰਮ ਕਮਾ ਲਿਆ ਉਹ ਤੇ ਲੇਖੇ ਜੋਖੇ ਤੋਂ ਛੁਟਕਾਰਾ ਪਾ ਗਿਆ। ਉਹਦਾ ਤੇ ਲੇਖਾ ਜੋਖਾ ਹੋਣਾ ਹੀ ਨਹੀਂ, ਉਹਦੇ ਕੋਲੋਂ ਤੇ ਕੋਈ ਜਵਾਬ ਮੰਗਿਆ ਹੀ ਨਹੀਂ ਜਾਣਾ। ਇੱਥੇ ਕਰਮ ਕਰਨ ਵਾਲੇ, ਅਸੀਂ ਕਰਮ ਤੋਂ ਧਰਮ ਤੱਕ ਪਹੁੰਚਣਾ ਹੈ। ਜਿਵੇਂ ਨੇਮ ਤੋਂ ਪ੍ਰੇਮ ਤੱਕ ਪਹੁੰਚਣਾ ਹੈ। ਜੇ ਅਸੀਂ ਅਜੇ ਨੇਮ ਨਹੀਂ ਬਣਾਇਆ ਤੇ ਪ੍ਰੇਮ ਕਿੱਥੋਂ ਪੈਦਾ ਹੋਏਗਾ? ਤੇ ਸਾਰੀ ਉਮਰ ਅਸੀਂ ਨੇਮ ਦੇ ਵਿੱਚ ਵੀ ਨਹੀਂ ਰਹਿਣਾ। ਇੱਕ ਦਿਨ ਉਸ ਨੇਮ ਵਿੱਚੋਂ ਨਿਕਲ ਕੇ ਪ੍ਰੇਮ ਵਿੱਚ ਪਹੁੰਚਣਾ। ਕਈ ਵਾਰ ਬੰਦਾ ਸਾਰੀ ਉਮਰ ਨੇਮ ਨਿਭਾਉਂਦਾ ਰਹਿ ਜਾਂਦਾ ਹੈ, ਪਰ ਉਹਦੇ ਅੰਦਰ ਜਿਹੜਾ ਰੁੱਖਾਪਨ ਹੁੰਦਾ ਹੈ ਉਹ ਜਾਂਦਾ ਹੀ ਨਹੀਂ, ਪ੍ਰੇਮ ਦਾ ਰਸ ਭਰਦਾ ਹੀ ਨਹੀਂ, ਸਿਰਫ ਨੇਮ ਹੀ ਨਿਭਾਉਂਦਾ ਰਹਿ ਜਾਂਦਾ ਹੈ। ਗੱਲ ਨੇਮ ਦੀ ਨਹੀਂ, ਪ੍ਰੇਮ ਦੀ ਹੋਣੀ ਹੈ। ਉੱਥੇ ਪ੍ਰੇਮ ਵਾਲਾ ਪ੍ਰਵਾਨ ਹੋਣਾ ਹੈ। ਜਿਵੇਂ ਗੁਰੂ ਹਰਿਰਾਏ ਸਾਹਿਬ ਜੀ, ਜਦੋਂ ਇੱਕ ਬਿਰਧ ਮਾਈ ਦੇ ਮਨ ਵਿੱਚ ਖਿਆਲ ਆਇਆ ਨਾ ਵੀ ਮੈਂ ਵੀ ਕਿਤੇ ਗੁਰੂ ਹਰਿਰਾਏ ਸਾਹਿਬ ਜੀ ਨੂੰ 2 ਪ੍ਰਸ਼ਾਦੇ ਤਿਆਰ ਕਰਕੇ ਛਕਾਵਾਂ। ਹੁਣ ਉਹਨੇ ਬੜਾ ਚਾਉ ਸੀ ਉਹਦੇ ਅੰਦਰ। ਇੱਕ ਦਿਨ ਵਲਵਲਾ ਐਸਾ ਉੱਠਿਆ, ਘਰੋਂ 2 ਪ੍ਰਸ਼ਾਦੇ ਤਿਆਰ ਕੀਤੇ ਤੇ ਕੱਪੜੇ 'ਚ ਲਪੇਟ ਕੇ ਤੁਰ ਪਈ। ਤੇ ਜਦੋਂ 4 ਕਦਮ ਤੁਰੀ ਤੇ ਮਨ 'ਚ ਖਿਆਲ ਆਇਆ, ਮਨਾ ਤੂੰ ਕਿੱਥੇ ਚੱਲੀ ਹੈ? ਉੱਥੇ ਤਾਂ ਪਤਾ ਹੀ ਨਹੀਂ ਉਸ ਮਾਲਕ ਦੇ ਘਰ ਦੇ ਵਿੱਚ ਕਿੰਨੀਆਂ ਬਖਸ਼ਿਸ਼ਾਂ ਵਰਤਦੀਆਂ ਨੇ,
ਤੇ ਤੇਰੀ ਗਰੀਬਣੀ ਦੇ ਹੱਥੋਂ ਹੀ 2 ਪ੍ਰਸ਼ਾਦੇ ਛਕਣ ਨੂੰ ਬੈਠੇ ਆ ਗੁਰੂ। ਮਨ 'ਚ ਜਦੋਂ ਖਿਆਲ ਆਇਆ, ਉਹ ਦੇਖੋ ਪ੍ਰੇਮ ਸੀ ਅੰਦਰ, ਜਦੋਂ ਖਿਆਲ ਆਇਆ ਤੇ ਉੱਥੇ ਹੀ ਰੁਕ ਗਈ ਮਾਈ। ਸੋਚੀ ਜਾਂਦੀ ਆ ਵੀ ਜਾਵਾਂ ਕਿ ਨਾ ਜਾਵਾਂ। ਕਹਿੰਦੇ ਉਧਰ ਗੁਰੂ ਹਰਿਰਾਏ ਸਾਹਿਬ ਘੋੜੇ ਤੇ ਸਵਾਰ ਹੋਏ ਆਏ ਤੇ ਕੋਲ ਆ ਕੇ ਕਹਿੰਦੇ ਆ ਵੀ ਮਾਈ ਭੁੱਖ ਬੜੀ ਲੱਗੀ, ਇੱਥੇ ਕੁਝ ਖਾਣ ਨੂੰ ਮਿਲ ਜੇਗਾ। ਜਦੋਂ ਇੰਨੀ ਗੱਲ ਕਹੀ ਤੇ ਅੱਖਾਂ ਵਿੱਚ ਹੰਝੂ ਆ ਗਏ। ਸਤਿਗੁਰੂ ਮੈਂ ਤੇ ਹਜੇ ਸੋਚ ਹੀ ਰਹੀ ਸਾਂ, ਪਰ ਤੁਸੀਂ ਤੇ ਖੁਦ ਆਪ ਆ ਕੇ ਕਹਿੰਦੇ ਹੋ ਭੁੱਖ ਲੱਗੀ ਹੈ, ਹਾਲਾਂਕਿ ਕੋਈ ਕਮੀ ਨਹੀਂ ਹੈ। ਕੀਰਤਪੁਰ ਸਾਹਿਬ ਦੇ ਵਿੱਚ ਬੇਅੰਤ ਸੰਗਤਾਂ ਨੇ ਔਰ ਬੇਅੰਤ ਸੇਵਾਵਾਂ ਕਰਨ ਵਾਲੀਆਂ ਸੰਗਤਾਂ ਨੇ, ਕਮੀ ਕੋਈ ਨਹੀਂ ਹੈ। ਕੀ ਲੋੜ ਪਈ ਹੈ ਗੁਰੂ ਸਾਹਿਬ ਨੂੰ ਆਪ ਜਾ ਕੇ ਕਹਿਣ ਦੀ? ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜਾਂਦੇ ਨੇ ਭਾਈ ਸਾਧੂ ਭਾਈ ਰੂਪਾ ਜੰਗਲ ਦੇ ਵਿੱਚ, ਕਿ ਉੱਥੇ ਜਿੱਥੇ ਸਤਿਗੁਰੂ ਪਿੰਡ ਡਰੋਲੀ ਵਿੱਚ ਬੈਠੇ ਆ, ਉੱਥੇ ਜਲ ਛਕਾਉਣ ਵਾਲਾ ਕੋਈ ਵੀ ਨਹੀਂ ਸੀ। ਉੱਥੇ ਬੜੇ ਨੇ ਜਲ ਛਕਾਉਣ ਵਾਲੇ, ਪਰ ਸਤਿਗੁਰੂ ਕਿੱਥੇ ਗਏ ਨੇ? ਜਿੱਥੇ ਪ੍ਰੇਮ ਦੇ ਵਿੱਚ ਆਵਾਜ਼ ਆ ਰਹੀ ਹੈ, ਜਿੱਥੇ ਕੋਈ ਪ੍ਰੇਮ ਦੇ ਵਿੱਚ ਭਿੱਜ ਕੇ ਬੇਨਤੀ ਕਰ ਰਿਹਾ। ਸਤਿਗੁਰੂ ਸਭ ਛੱਡ ਕੇ ਘੋੜੇ ਤੇ ਸਵਾਰ ਹੋਏ ਤੇ ਸਿਖਰ ਦੁਪਹਿਰੇ ਪਹੁੰਚ ਗਏ। ਅਨੰਤ ਐਸੀਆਂ ਵਿਚਾਰਾਂ ਨੇ। ਜਦੋਂ ਉਸ ਮਾਈ ਦੇ ਹੱਥੋਂ ਪ੍ਰਸ਼ਾਦਾ ਲੈ ਕੇ ਛਕੇ ਤੇ ਨਾਲ ਸੇਵਕ ਵੀ ਸੀ, ਸਤਿਗੁਰੂ ਨੇ ਉਸੇ ਵੇਲੇ ਹੱਥ ਤੇ ਪ੍ਰਸ਼ਾਦਾ ਰੱਖਿਆ, ਛਕ ਲਿਆ। ਅਗਲੇ ਦਿਨ ਜਦੋਂ ਲੰਗਰ ਤਿਆਰ ਹੋਇਆ ਨਾ ਕੀਰਤਪੁਰ ਸਾਹਿਬ, ਤੇ ਬੇਨਤੀ ਕੀਤੀ ਮਹਾਰਾਜ ਜੀ ਲੰਗਰ ਤਿਆਰ ਹੈ, ਛਕ ਲਓ। ਸਾਹਿਬ ਜੀ ਕਹਿੰਦੇ ਲਿਆਓ ਭਾਈ ਜਲ ਹੱਥ ਧੋਈਏ। ਹੱਥ ਧਵਾਓ ਤੇ ਜਲ ਲਿਆ ਕੇ ਫਿਰ ਪ੍ਰਸ਼ਾਦਾ ਛਕੀਏ। ਤੇ ਸੇਵਕ ਤੇ ਉਡੀਕਦੇ ਸੀ ਸਾਨੂੰ ਮੌਕਾ ਮਿਲੇ। ਕਹਿੰਦੇ ਸਤਿਗੁਰੂ ਮਹਾਰਾਜ ਅੱਜ ਸਾਨੂੰ ਥੋੜਾ ਜਿਹਾ ਜਵਾਬ ਦਿਆ ਜੇ। ਕੱਲ ਜਦੋਂ ਮਾਈ ਨੇ ਪ੍ਰਸ਼ਾਦਾ ਤੁਹਾਨੂੰ ਰਸਤੇ ਵਿੱਚ ਛਕਾਇਆ, ਉਦੋਂ ਤੇ ਤੁਸੀਂ ਇਹ ਨਹੀਂ ਕਿਹਾ ਵੀ ਲਿਆਓ ਹੱਥ ਧਵਾਓ ਤੇ ਹੱਥ ਧੋ ਕੇ ਪ੍ਰਸ਼ਾਦਾ ਛਕਦੇ ਆ, ਤੇ ਅੱਜ ਤੁਸੀਂ ਕਹਿੰਦੇ ਹੋ ਪਹਿਲਾਂ ਪਾਣੀ ਲਿਆਓ, ਜਲ ਲਿਆਓ, ਹੱਥ ਧਵਾਓ ਫਿਰ ਪ੍ਰਸ਼ਾਦਾ। ਸਾਹਿਬ ਜੀ ਕਹਿੰਦੇ ਉਹ ਪ੍ਰੇਮ ਸੀ, ਇਹ ਨੇਮ ਹੈ ਮੇਰਾ, ਇਹ ਮੇਰਾ ਨੇਮ ਹੈ। ਜਿੱਥੇ ਨੇਮ ਹੈ ਸਾਹਿਬ ਜੀ ਕਹਿੰਦੇ ਉੱਥੇ ਹੱਥ ਧੋਣੇ ਜਿਹੜੇ ਆ ਉਹ ਜ਼ਰੂਰੀ, ਪਰ ਉੱਥੇ ਪ੍ਰੇਮ ਸੀ। ਜਿੱਥੇ ਪ੍ਰੇਮ ਹੋਵੇ ਉੱਥੇ ਨੇਮ ਪਿੱਛੇ ਰਹਿ ਜਾਂਦਾ ਹੈ। ਅਸੀਂ ਸਾਰੀ ਉਮਰ ਦੇਖੋ ਸ਼ੁਰੂਆਤ ਸਾਡੀ ਨੇਮ ਤੋਂ ਹੀ ਹੋਣੀ ਹੈ। ਨਿਤ ਨੇਮ, ਨਿਤ ਦਾ ਆਪਣਾ ਇੱਕ ਨੇਮ ਬਣਾ ਲਓ, ਪਰ ਸਾਰੀ ਉਮਰ ਨਿਤ ਦੇ ਨੇਮ ਵਿੱਚ ਹੀ ਰਹਿ ਗਏ ਤੇ ਮਾਫ ਕਰਨਾ, ਉਹ ਰੁੱਖਾਪਨ ਨਹੀਂ ਅੰਦਰੋਂ ਜਾਏਗਾ, ਫਿੱਕਾਪਨ ਨਹੀਂ ਅੰਦਰੋਂ ਜਾਏਗਾ। ਅਸੀਂ ਨੇਮ ਤੋਂ ਪ੍ਰੇਮ ਤੱਕ ਦਾ ਸਫ਼ਰ ਕਰਾਂਗੇ ਤੇ ਪ੍ਰੇਮ ਦੇ ਵਿੱਚ ਹੀ ਉਸ ਮਾਲਕ ਦੀ ਪ੍ਰਾਪਤੀ ਹੈ। ਉਹਦੀ ਪ੍ਰਾਪਤੀ ਕਿਵੇਂ ਹੈ? ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਗੁਰਬਾਣੀ ਸਾਨੂੰ ਮਾਲਕ ਦੇ ਚਰਨਾਂ ਨਾਲ ਸੱਚੀ ਪ੍ਰੀਤ ਪਾਉਣ ਦੀ ਜਾਚ ਸਿਖਾਉਂਦੀ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਆਹ ਤੁਸੀਂ ਜਿਹੜਾ ਵੇਖ ਰਹੇ ਹੋ ਪਵਨ ਪਾਣੀ ਅਗਨੀ ਪਾਤਾਲ ਦਾ ਸੁਮੇਲ, ਜਿਹਦੇ ਵਿੱਚ ਰਾਤਾਂ ਵੀ ਨੇ, ਰੁੱਤਾਂ ਵੀ ਨੇ, ਥਿੱਤਾਂ ਵੀ ਨੇ ਔਰ ਵਾਰ ਵੀ ਹੈ। ਪਰ ਜਿਸ ਧਰਤੀ ਉੱਤੇ ਪ੍ਰਾਣੀ ਤੂੰ ਰਹਿ ਰਿਹਾ ਨਾ, ਆਹ ਧਰਤੀ ਜਿਹੜੀ ਤੈਨੂੰ ਦਿੱਤੀ ਹੈ ਇਹ ਧਰਮਸਾਲ ਹੈ, ਜਿਹਦੇ ਵਿੱਚ ਤੂੰ ਧਰਮੀ ਬਣਨਾ ਹੈ। ਗੱਲ ਕਰ ਰਿਹਾ ਸੀ ਕਿ ਮਾਲਕ ਦੇ ਘਰ ਵਿੱਚ, ਕਿਉਂਕਿ ਗੁਰਬਾਣੀ ਦਾ ਫੈਸਲਾ ਹੈ, ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕਿਹੜੇ ਕੰਮ। ਉੱਥੇ ਫਿਰ ਲੇਖਾ ਮੰਗਿਆ ਜਾਣਾ ਹੈ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਉੱਥੇ ਫਿਰ ਲੇਖਾ ਸਾਡਾ ਜਿਹੜਾ ਉਹ ਸਾਡੇ ਤੋਂ ਪੁੱਛਿਆ ਜਾਣਾ ਹੈ। ਪਰ ਕਿਹਨਾਂ ਦਾ ਪੁੱਛਿਆ ਜਾਣਾ ਹੈ? ਜਿਹੜੇ ਕਰਮੀ ਹੋਣਗੇ, ਜਿਨ੍ਹਾਂ ਨੇ ਕਰਮ ਤੋਂ ਅੱਗੇ ਧਰਮ ਤੱਕ ਪਹੁੰਚ ਕੇ ਧਰਮੀ ਬਣਨਾ ਕੀਤਾ ਹੈ, ਉਹਨਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ, ਉਹਨਾਂ ਦਾ ਲੇਖਾ ਨਹੀਂ ਮੰਗਿਆ ਜਾਂਦਾ। ਉੱਥੇ ਕੀ ਹੁੰਦਾ ਹੈ? ਧਰਮ ਰਾਏ ਦਰ ਕਾਗਜ਼ ਫਾਰੇ। ਜਿਹੜੇ ਧਰਮੀ ਨੇ, ਜਿਹੜੇ ਕਰਮੀ ਨੇ, ਉਹਨਾਂ ਦਾ ਕਾਗਜ਼ ਤੇ ਸਾਹਮਣੇ ਰੱਖਿਆ ਤੇ ਲੇਖਾ ਪੁੱਛਿਆ ਜਾਂਦਾ, ਤੂੰ ਆਹੋ ਕਿਹੜੇ ਕੰਮ। ਉੱਥੇ ਫਿਰ ਸਾਡੇ ਕੋਲੋਂ ਜਵਾਬ ਕੋਈ ਨਹੀਂ ਹੁੰਦਾ, ਕਿਉਂਕਿ ਅਸੀਂ ਕਰਮ ਉਸ ਤਰ੍ਹਾਂ ਦੇ ਕੀਤੇ ਤੇ ਕਰਮ ਦੀ ਵਿਚਾਰ ਹੈ। ਪਰ ਜਿਹੜੇ ਧਰਮੀ ਨੇ ਉਹਨਾਂ ਵਾਸਤੇ ਹੈ ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਨ੍ਹਾਂ ਨੇ ਮਨੁੱਖਾ ਦੇਹੀ ਵਿੱਚ
ਆਪਣੇ ਅੰਦਰ ਨੂੰ ਧਰਮਸਾਲ ਬਣਾ ਕੇ ਧਰਮੀ ਬਣ ਕੇ ਧਰਮ ਦੀ ਕਮਾਈ ਕਰ ਲਈ ਹੈ। ਸਾਹਿਬ ਜੀ ਕਹਿੰਦੇ ਆ ਉਹਦਾ ਲੇਖਾ ਨਹੀਂ ਹੁੰਦਾ, ਉਹਦਾ ਕੋਈ ਹਿਸਾਬ ਨਹੀਂ ਹੁੰਦਾ, ਉਹਦੀ ਕੋਈ ਵਿਚਾਰ ਨਹੀਂ ਹੁੰਦੀ ਹੈ, ਕਿਉਂਕਿ ਉਹ ਉਸ ਮਾਲਕ ਦੇ ਘਰ ਵਿੱਚ ਪ੍ਰਵਾਨ ਹੋ ਜਾਂਦਾ ਹੈ। ਬਸ ਧਰਮੀ ਤੇ ਕਰਮੀ ਦੀ ਵਿਚਾਰ ਨੂੰ ਸਮਝ ਕੇ ਚੱਲਾਂਗੇ ਤੇ ਸਾਡੇ ਲਈ ਚੱਲਣਾ ਸੌਖਾ ਹੋ ਜਾਏਗਾ। ਧੰਨ ਗੁਰੂ ਨਾਨਕ ਸਾਹਿਬ ਸੰਸਾਰਿਕ ਯਾਤਰਾ ਜਿਹੜੀ ਆ ਉਹ ਕਰਦੇ ਨੇ। ਭਾਈ ਮਰਦਾਨਾ ਜੀ ਨੂੰ ਲੈ ਕੇ ਤੁਰੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਰਬਾਬ ਦੀ ਜਿਹੜੀ ਆ ਉਹ ਧੁਨ, ਉਹਦੀ ਜਿਹੜੀ ਧੁਨ ਹੈ ਉਹਦੇ ਆਸਰੇ ਗੁਰਬਾਣੀ ਨੂੰ ਗਾਉਂਦਿਆਂ ਸਤਿਗੁਰੂ ਮਹਾਰਾਜ ਜੀ ਤੁਰੇ ਨੇ। ਕਿਉਂ? ਕਿਉਂਕਿ ਸਾਹਿਬ ਕਹਿੰਦੇ ਜਿਹੜੇ ਆ ਮਨੁੱਖਾ ਦੇਹੀ ਵਿੱਚ ਆ ਕੇ ਆਪਣੀ ਹੋਂਦ ਨੂੰ ਭੁੱਲ ਕੇ ਜਿਨ੍ਹਾਂ ਨੂੰ ਧਰਮਸਾਲ ਬਣਾਉਣਾ ਸੀ, ਉਹਨਾਂ ਨੇ ਇਸ ਨੂੰ ਕੁਝ ਹੋਰ ਹੀ ਬਣਾ ਦਿੱਤਾ। ਜਿਹਦੇ ਅੰਦਰ ਧਰਮੀ ਗੁਣ ਹੋਣੇ ਚਾਹੀਦੇ ਸੀ, ਦੈਵੀ ਗੁਣ ਹੋਣੇ ਚਾਹੀਦੇ ਸਨ, ਉਹਦੇ ਵਿੱਚ ਅਵਗਣ ਭਰ ਗਏ, ਉਹਦੇ ਵਿੱਚ ਸ਼ੈਤਾਨ ਆ ਕੇ ਬੈਠ ਗਿਆ। ਉਹ ਧਰਮਸਾਲ ਜਿਹੜਾ ਸੀ ਧਰਮਸਾਲ ਵੀ ਨਾ ਰਿਹਾ। ਜਿਵੇਂ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਅਸੀਂ ਵੇਖਦੇ ਹਾਂ, ਹੈ ਤੇ ਉਹ ਧਰਮਸਾਲ ਹੀ ਹੈ ਨਾ, ਪਰ ਉਸ ਧਰਮਸਾਲ ਦੇ ਵਿੱਚ ਆ ਕੇ ਕੌਣ ਬੈਠ ਗਿਆ? ਉਸ ਧਰਮ ਦੇ ਨਾਮ ਦੇ ਉੱਤੇ ਇੱਕ ਮਹੰਤ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਗੁੰਡਾ ਆ ਕੇ ਬੈਠ ਗਿਆ, ਇੱਕ ਬਦਮਾਸ਼ ਦੇ ਰੂਪ ਵਿੱਚ ਆ ਕੇ ਬਦਮਾਸ਼ ਬੈਠ ਗਿਆ। ਉਹਨੇ ਕੀ ਕੀਤਾ? ਉਸ ਧਰਮ ਨੂੰ ਕਮਾਉਣ ਦੀ ਜਗ੍ਹਾ ਉਹਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ। ਜਿਸ ਧਰਮ ਦੇ ਅਸਥਾਨ ਉੱਤੇ ਰੱਬੀ ਬਾਣੀ ਦੀ ਧੁਨ ਛਿੜਦੀ ਹੈ, ਉੱਥੇ ਪੈਰਾਂ ਦੇ ਘੁੰਗਰੂਆਂ ਦੀ ਆਵਾਜ਼ ਆਉਂਦੀ ਹੈ। ਜਿੱਥੇ ਖੰਡੇ ਦੀ ਪਹੁਲ ਤਿਆਰ ਕਰਕੇ ਅੰਮ੍ਰਿਤ ਸੰਚਾਰ ਹੁੰਦਾ ਹੈ, ਉੱਥੇ ਫਿਰ ਨਸ਼ਿਆਂ ਦੇ ਰਸ ਜਿਹੜੇ ਆ ਉਹ ਵੰਡੇ ਜਾਂਦੇ ਨੇ। ਫਿਰ ਸਾਨੂੰ ਉਦੋਂ ਅੰਦਰੋਂ ਹਿਰਦਾ ਵਲੂੰਦੜਿਆ ਜਾਂਦਾ ਹੈ। ਦੁੱਖ ਹੁੰਦਾ ਹੈ ਕਿ ਜਿਹੜੇ ਧਰਮ ਦੇ ਅਸਥਾਨ ਨੇ, ਉਹਨਾਂ ਧਰਮ ਦੇ ਅਸਥਾਨਾਂ ਤੇ ਧਰਮੀ ਕੋਈ ਨਜ਼ਰ ਨਹੀਂ ਆਉਂਦਾ। ਫਿਰ ਯਤਨ ਕੀਤਾ ਗਿਆ, ਸੰਘਰਸ਼ ਕੀਤਾ ਗਿਆ, ਫਿਰ ਗੁਰਦੁਆਰਾ ਸੁਧਾਰ ਲਹਿਰ ਆਰੰਭੀ ਗਈ ਤਾਂ ਕਿ ਸੁਧਾਰ ਲਿਆਂਦਾ ਜਾਏ, ਧਰਮਸਾਲ ਨੂੰ ਧਰਮਸਾਲ ਹੀ ਰੱਖਿਆ ਜਾਏ। ਅਸੀਂ ਉਹ ਤਾਂ ਸੁਧਾਰ ਜਿਹੜਾ ਕਰਨ ਲਈ ਲਹਿਰ ਚਲਾ ਦਿੱਤੀ, ਪਰ ਆਪਣੇ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਕਦੀ ਆਪਣੇ ਅੰਦਰ ਵੇਖਿਆ ਨਹੀਂ ਵੀ ਆ ਵੀ ਧਰਮਸਾਲ ਹੀ ਸੀ, ਇਹਦੇ ਵਿੱਚ ਵੀ ਮੈਂ ਧਰਮ ਨੂੰ ਕਮਾਉਣ ਵਾਸਤੇ ਹੀ ਆਇਆ ਸੀ, ਪਰ ਮੈਂ ਆਪਣੇ ਅੰਦਰ ਕੀ ਭਰ ਲਿਆ? ਮੇਰੇ ਅੰਦਰ ਵੀ ਤਾਂ ਦੈਵੀ ਗੁਣ ਹੋਣੇ ਚਾਹੀਦੇ ਸਨ, ਪਰ ਮੇਰੇ ਅੰਦਰ ਸ਼ੁਭ ਗੁਣ ਦੀ ਬਜਾਏ ਅਵਗਣ ਭਰੇ ਪਏ ਨੇ। ਅੰਦਰ ਦੈਵੀ ਗੁਣਾਂ ਦੀ ਬਜਾਏ ਮੇਰੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਭਰਿਆ ਪਿਆ, ਤੇ ਫਿਰ ਮੈਂ ਬਾਹਰੋਂ ਤਾਂ ਧਰਮੀ ਹੋ ਗਿਆ, ਪਰ ਅੰਦਰ ਧਰਮਸਾਲ ਵਰਗਾ ਮਾਹੌਲ ਨਾ ਬਣਾ ਸਕਿਆ। ਤੇ ਕੀ ਉਸ ਮਾਲਕ ਦੇ ਘਰ ਪ੍ਰਵਾਨ ਹੋ ਜਾਵਾਂਗੇ? ਨਹੀਂ ਹੋਵਾਂਗੇ, ਕਿਉਂਕਿ ਉਹਨੇ ਅੰਦਰ ਧਰਮ ਦੀ ਕਮਾਈ ਅੰਦਰੋਂ ਦੀ ਵੇਖਣੀ ਹੈ, ਬਾਹਰ ਦੀ ਨਹੀਂ। ਬਾਹਰੋਂ ਤਾਂ ਵਿਖਾਵਾ ਸਭ ਕਰ ਲੈਣਗੇ। ਆ ਬਾਹਰ ਲਿਖਿਆ ਹੁੰਦਾ ਨਾ ਵੈਸ਼ਨੋ, ਪਰ ਕੀ ਅੰਦਰ ਖੇਡ ਵੈਸ਼ਨੋ ਵਾਲੀ ਹੁੰਦੀ ਹੈ? ਨਹੀਂ ਹੁੰਦੀ। ਅੰਦਰ ਤਾਂ ਖੇਡ ਕੋਈ ਹੋਰ ਚੱਲਦੀ ਹੁੰਦੀ ਹੈ। ਸਭ ਕਹਿੰਦੇ ਇਸੇ ਤਰ੍ਹਾਂ ਧਰਮ ਦਾ ਲਿਬਾਸ ਪਾਉਣ ਲੈਣ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ। ਅੰਦਰ ਧਰਮ ਦਾ ਗੁਣ ਵੀ ਹੋਣਾ ਚਾਹੀਦਾ ਹੈ। ਜਾਂ ਇੱਦਾਂ ਕਹਿ ਲਈਏ ਕਿ ਅੱਜ ਆਪਾਂ ਉੱਥੇ ਪਹੁੰਚ ਗਏ ਹਾਂ ਜਿੱਥੇ ਇੱਕ ਇੱਕ ਖੰਡ ਨੂੰ ਸਮਝ ਕੇ ਅਸੀਂ ਸੱਚਖੰਡ ਵਸੈ ਨਿਰੰਕਾਰ ਤੱਕ, ਹੁਣ ਉਹ 5 ਪੜਾਅ ਨੇ ਜਿਨ੍ਹਾਂ ਨੂੰ ਅਸੀਂ ਪਾਰ ਕਰਕੇ ਮੰਜ਼ਿਲ ਮੁਕਾਮ ਤੇ ਪਹੁੰਚਣਾ ਹੈ। ਇੱਕ ਇੱਕ ਸਟੈਪ ਅੱਗੇ ਵਧਦੇ 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 ਅਸੀਂ ਹੁਣ ਉੱਥੇ ਤੱਕ ਆ ਗਏ ਹਾਂ ਜਿੱਥੇ ਅਸੀਂ ਹੁਣ 5 ਪੜਾਅ ਰਹਿ ਗਏ ਨੇ ਸਾਡੇ ਸਾਹਮਣੇ, ਜਿਹਨੂੰ ਪਾਰ ਕਰਕੇ ਅਸੀਂ ਆਪਣੇ ਮੁਕਾਮ ਤੇ ਪਹੁੰਚਣਾ। ਤੇ ਹੁਣ ਆ ਜਿਹੜੇ 5 ਪੜਾਅ ਨੇ ਇਹੀ ਔਖੇ ਨੇ। ਕਈ ਵਾਰੀ ਨਾ ਬੰਦਾ ਮੰਨ ਲਓ ਵੀ 100 ਮੀਲ ਦਾ ਸਫ਼ਰ ਹੋਵੇ ਤੇ 80 ਮੀਲ ਦਾ ਸਫ਼ਰ ਬੜੇ ਆਰਾਮ ਨਾਲ ਕਰ ਲੈਂਦਾ ਹੈ, ਤੇ ਜਦੋਂ ਰਹਿ ਜਾਏ 20 ਮੀਲ ਫਿਰ ਬੰਦਾ ਕਹਿੰਦਾ ਵੀ ਹੁਣ ਔਖਾ ਹੈ, ਹੁਣ ਮੈਂ ਥੱਕ ਗਿਆ, ਹੁਣ ਮੇਰੇ ਕੋਲੋਂ ਸਫ਼ਰ ਜਿਹੜਾ ਉਹ ਹੁੰਦਾ ਨਹੀਂ। ਤੇ ਨਾਲ ਦਾ ਕਹਿੰਦਾ ਇੰਨਾ ਸਫ਼ਰ ਕਰ ਆਇਆ, ਹੁਣ ਤੇ ਰਹਿ ਥੋੜਾ ਜਿਹਾ ਗਿਆ। ਤੇ ਹੁਣ ਜਿਹੜਾ ਥੋੜਾ ਜਿਹਾ ਰਹਿ ਗਿਆ ਉਹ ਸਫ਼ਰ ਤੈਅ ਕਰਨਾ ਬੜਾ ਜ਼ਰੂਰੀ ਹੈ। ਤੇ ਜੇ ਤੂੰ ਇੱਥੇ ਹੀ ਰੁਕ ਗਿਆ ਤੇ ਫਿਰ ਮੰਜ਼ਿਲ ਤੇ ਪਹੁੰਚ, ਨੇੜੇ ਆ ਕੇ ਵੀ ਮੰਜ਼ਿਲ ਤੋਂ ਦੂਰ ਹੋ ਜਾਵਾਂਗੇ। ਇਹ ਤਕਰੀਬਨ ਲਗਭਗ ਐਸਾ ਹੀ ਹੁੰਦਾ ਹੈ ਕਿ ਬੰਦਾ
ਸਫ਼ਰ ਅੱਧੇ ਨਾਲੋਂ ਵੱਧ ਬੜੇ ਆਸਾਨੀ ਨਾਲ ਕਰ ਲੈਂਦਾ ਹੈ। ਜਦੋਂ ਨੇੜੇ ਆਉਣ ਦਾ ਸਮਾਂ ਹੋਵੇ ਉਦੋਂ ਬੰਦਾ ਕਹਿੰਦਾ ਮੈਂ ਥੱਕ ਗਿਆ। ਉਦੋਂ ਬੰਦੇ ਨੂੰ ਫਿਰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਬੰਦਾ ਥਕੇਵਾਂ ਮਹਿਸੂਸ ਕਰਦਾ ਹੈ। ਫਿਰ ਉੱਥੇ ਆ ਕੇ ਫਿਰ ਇਹਦੇ ਕਦਮ ਰੁਕ ਜਾਂਦੇ ਆ। ਉਹ ਥੋੜਾ ਜਿਹਾ ਸਫ਼ਰ ਤੈਅ ਕਰਨਾ ਹੀ ਔਖਾ ਹੈ। ਆਪ ਜੀ ਸੂਝਵਾਨ ਹੋ, ਆਪਾਂ ਕਿਤੇ ਪੌੜੀ ਚੜ੍ਹਦੇ ਹੋਈਏ ਨਾ, ਤੇ ਪਹਿਲੇ ਜਿਹੜੇ ਸਟੈਪ ਨੇ ਪੌੜੀ ਦੇ ਉਹ ਬੰਦਾ ਭੱਜ ਕੇ ਚੜ੍ਹ ਜਾਂਦਾ ਹੈ, ਤੇ ਜਦੋਂ ਅਖੀਰਲੇ 4 ਸਟੈਪ ਰਹਿ ਜਾਣ ਉੱਥੇ ਜਾ ਕੇ ਥੱਕ ਹੀ ਜਾਂਦਾ ਹੈ। ਬੰਦਾ ਕਹਿੰਦਾ ਸਾਰੀ ਪੌੜੀ ਮੈਂ ਚੜ੍ਹ ਕੇ ਆ ਗਿਆ, ਆ 4 ਪੈਰ ਕਦਮ ਹੀ ਨਹੀਂ ਮੇਰੇ ਕੋਲੋਂ ਅੱਗੇ ਵਧਿਆ ਜਾਂਦਾ। ਕਿਉਂ? ਕਿਉਂਕਿ ਇੱਥੇ ਆ ਕੇ ਥੱਕ ਗਿਆ, ਸਾਹ ਫੁੱਲ ਗਿਆ, ਲੱਤਾਂ ਦੁਖਣ ਲੱਗ ਪਈਆਂ। ਉੱਥੇ ਆ ਕੇ ਫਿਰ ਬੰਦਾ ਹੰਬ ਕੇ ਬਹਿ ਜਾਂਦਾ ਹੈ, ਤੇ ਫਿਰ ਨਾਲ ਦਾ ਕਹਿੰਦਾ ਹੁਣ ਰਹਿ ਕੀ ਗਿਆ, 4 ਕਦਮ ਹੀ ਅੱਗੇ ਵਧਾਉਣੇ ਨੇ। ਅਕਸਰ ਐਸਾ ਹੁੰਦਾ ਹੈ ਕਿ ਅਸੀਂ ਇੱਕ ਪੌੜੀ ਦਾ ਪਾਠ ਕਰਕੇ ਆ ਗਏ ਹਾਂ, ਹੁਣ ਇੱਥੇ ਆ ਕੇ ਇਹ ਗੱਲਾਂ ਸਮਝਣੀਆਂ ਸਾਡੇ ਲਈ ਬਹੁਤ ਜ਼ਰੂਰੀ ਨੇ। ਤਾਂ ਫਿਰ ਉਹਦੀ ਨਜ਼ਰ ਨਾਲ ਅਸੀਂ ਆਪਣੇ ਅੰਦਰ ਨੂੰ ਧਰਮਸਾਲ ਬਣਾ ਕੇ ਤੇ ਸੱਚਖੰਡ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਮਕਸਦ ਕੀ ਸੀ? ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉਹ ਕੀ ਮਕਸਦ ਸੀ? ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਮਹਾਰਾਜ ਕਹਿੰਦੇ ਜਿਹੜਾ ਕਾਦਰ ਨੇ ਕੁਦਰਤ ਨੂੰ ਸਾਜ ਕੇ ਆ ਧਰਮਸਾਲ ਤੁਹਾਨੂੰ ਦਿੱਤੀ ਸੀ, ਜਿਹਦੇ ਵਿੱਚ ਧਰਮ ਦੀ ਕਮਾਈ ਤੁਸੀਂ ਕਰਨੀ ਸੀ, ਪਰ ਭੁੱਲ ਗਏ। ਮਾਨਸਿਕ ਮੰਡਲ ਵਿੱਚ ਸਭ ਕੁਝ ਜਿਹੜਾ ਸੀ ਉਹ ਭੁੱਲ ਗਿਆ ਕਿ ਮੈਂ ਕਿਉਂ ਆਇਆ, ਕਾਹਦੇ ਲਈ ਆਇਆ, ਮੈਨੂੰ ਕੀ ਕਰਨਾ ਚਾਹੀਦਾ, ਮੈਂ ਕੀ ਕਰ ਰਿਹਾ ਹਾਂ। ਇਹ ਸਭ ਕੁਝ ਭੁਲਾ ਕੇ ਅਸੀਂ ਜੀ ਰਹੇ ਸਾਂ। ਅਸੀਂ ਧਰਮਸਾਲ ਨੂੰ ਧਰਮਸਾਲ ਨਾ ਰਹਿਣ ਦਿੱਤਾ। ਸਾਹਿਬ ਜੀ ਕਹਿੰਦੇ ਨੇ ਇਹਦੇ ਵਿੱਚ ਗੁਰੂ ਦਾ ਗਿਆਨ ਨਾ ਹੋਣ ਕਰਕੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਇਹ ਤੇ ਸ਼ੈਤਾਨ ਦਾ ਘਰ ਬਣਾ ਕੇ ਚੱਲਦਾ ਪਿਆ, ਇਹ ਤੇ ਹੈਵਾਨ ਦਾ। ਕਿਉਂਕਿ ਜਿਹੜਾ ਧਰਮਸਾਲ ਹੁੰਦਾ ਉਹਦੇ ਵਿੱਚ ਹੈਵਾਨ ਤੇ ਸ਼ੈਤਾਨ ਨਹੀਂ ਹੁੰਦਾ, ਤੇ ਜਿੱਥੇ ਹੈਵਾਨ ਸ਼ੈਤਾਨ ਹੋਵੇ ਉਹ ਧਰਮਸਾਲ ਨਹੀਂ ਹੁੰਦਾ। ਧਰਮ ਦੀ ਦੁਨੀਆ ਦੇ ਵਿੱਚ ਸੇਵਾ ਹੁੰਦੀ ਹੈ, ਧਰਮ ਦੀ ਦੁਨੀਆ ਵਿੱਚ ਕਬਜ਼ਾ ਨਹੀਂ ਹੁੰਦਾ। ਤੇ ਜਿੱਥੇ ਕਬਜ਼ਾ ਹੈ ਉੱਥੇ ਸੇਵਾ ਨਹੀਂ ਹੈ, ਜਿੱਥੇ ਸੇਵਾ ਹੈ ਉੱਥੇ ਕਬਜ਼ਾ ਨਹੀਂ ਹੈ। ਇਸ ਲਈ ਸਾਹਿਬ ਕਹਿੰਦੇ ਜਿੱਥੇ ਧਰਮ ਹੈ ਉੱਥੇ ਸ਼ੈਤਾਨ ਵਰਗੇ ਅਵਗਣ ਨਹੀਂ, ਤੇ ਜਿੱਥੇ ਅਵਗਣ ਨਹੀਂ ਉੱਥੇ ਧਰਮਸਾਲ ਨਹੀਂ। ਇਸ ਲਈ ਕਰਮੀ ਔਰ ਧਰਮੀ ਇਹ 2 ਰਸਤੇ ਨੇ। ਅਸੀਂ ਕਰਮੀ ਬਣ ਕੇ ਚੱਲਣਾ, ਪਰ ਚਲਦੇ ਚਲਦੇ ਜਿਵੇਂ ਆ ਤੁਸੀਂ ਦੇਖਦੇ ਹੋ ਨਾ ਟ੍ਰੇਨਾਂ ਚੱਲਦੀਆਂ, ਤੇ ਕਈ ਵਾਰੀ ਕਾਂਟਾ ਬਦਲ ਜਾਂਦਾ ਹੈ। ਜਦੋਂ ਉਹ ਕਾਂਟਾ ਬਦਲ ਜਾਏ ਤੇ ਜਿਹੜੀ ਟ੍ਰੇਨ ਚਲਦੀ ਚਲਦੀ ਅਗਲੇ ਪਾਸੇ ਦੂਜੇ ਰਾਹ ਪੈ ਜਾਂਦੀ ਹੈ। ਅਸੀਂ ਵੀ ਚੱਲਣਾ ਕਰਮ ਦੀ ਖੇਡ ਨੂੰ ਸਮਝ ਕੇ ਹੈ, ਕਰਮ ਦੀ ਵਿਚਾਰ ਨੂੰ ਸਮਝ ਕੇ ਚੱਲਣਾ ਹੈ। ਤੇ ਸਾਹਿਬ ਕਹਿੰਦੇ ਜਦੋਂ ਸਮਝ ਕੇ ਚੱਲੇਗਾ ਤੇਰੇ ਅਗਾਂਹ ਜਾ ਕੇ ਕਾਂਟਾ ਬਦਲ ਜਾਏਗਾ, ਫਿਰ ਤੂੰ ਕਰਮੀ ਨਹੀਂ, ਫਿਰ ਤੂੰ ਧਰਮੀ ਬਣ ਜਾਏਗਾ। ਕਰਮੀ ਬੰਦਾ ਕਈ ਵਾਰੀ ਹੁਕਮ ਤੋਂ ਮੁਨਕਰ ਹੋ ਸਕਦਾ ਹੈ, ਪਰ ਧਰਮੀ ਬੰਦਾ ਕਦੇ ਮੁਨਕਰ ਨਹੀਂ ਹੋ ਸਕਦਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਲ ਪਾਏ ਸੀ। ਉਹ ਉਹਦਾ ਹਰ ਹੁਕਮ ਮੰਨਦਾ ਹੈ, ਉਹ ਹਰ ਹੁਕਮ ਵਿੱਚ ਕਹਿੰਦਾ ਤੇਰਾ ਕੀਆ ਮਿੱਠਾ ਲਾਗੈ। ਤੇ ਜੇ ਉਹ ਸਿਰਫ ਕਰਮੀ ਹੈ ਫਿਰ ਮਾਫ ਕਰਨਾ ਕਿਤੇ ਨਾ ਕਿਤੇ ਉਹਦੇ ਹੁਕਮ ਤੋਂ ਮੁਨਕਰ ਹੋ ਜਾਏਗਾ, ਪਰ ਧਰਮੀ ਬੰਦਾ ਨਹੀਂ ਹੁੰਦਾ। ਧਰਮੀ ਬੰਦਾ ਤੇ ਇੱਕੋ ਗੱਲ ਕਹਿੰਦਾ ਹੈ, ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਤੇ ਮੈਨੂੰ ਮਾਫ ਕਰਿਆ ਜੇ ਅੱਗੇ ਜ਼ਿਕਰ ਕੀਤਾ ਸੀ ਕਿ ਸਾਨੂੰ ਜੇ ਕਿਤੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਕਿਤੇ ਨਾ ਮਿਲੇ, ਦਾ ਦਾਲ ਕਿਤੇ ਸਾਨੂੰ ਨਾ ਮਿਲੇ, ਤੇ ਅਸੀਂ ਤੇ ਕਬੂਲ ਬੋਲਣ ਲੱਗ ਜਾਂਦੇ ਹਾਂ, ਅਸੀਂ ਝਗੜਾ ਕਰਨ ਲੱਗ ਜਾਂਦੇ ਹਾਂ। ਇਹਦਾ ਮਤਲਬ ਹਜੇ ਅਸੀਂ ਧਰਮੀ ਨਹੀਂ ਬਣ ਸਕੇ। ਧਰਮੀ ਜਿਹੜਾ ਹੁੰਦਾ ਹੈ ਉਹ ਤੇ ਕਹਿੰਦਾ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਤੇ ਮੈਂ ਹਜੇ ਮਾੜੀ ਮਾੜੀ ਗੱਲ ਤੇ ਝਗੜ ਪਿਆ ਹਾਂ, ਇਹਦਾ ਮਤਲਬ ਮੈਂ ਕਰਮੀ ਤਾਂ ਹਾਂ, ਪਰ ਮੈਂ ਹਜੇ ਧਰਮੀ ਨਹੀਂ ਬਣਿਆ। ਧਰਮੀ ਬਣ ਕੇ ਹੀ ਉਸ ਮਾਲਕ ਦੇ ਘਰ ਪ੍ਰਵਾਨ। ਸਾਹਿਬ ਜੀ ਕਹਿੰਦੇ ਆ ਜਿਹੜਾ ਤੁਸੀਂ ਜੀਵਨ ਜੀ ਰਹੇ ਹੋ ਨਾ, ਜਿਹਦੇ ਵਿੱਚ ਪਵਨ ਪਾਣੀ ਅਗਨੀ ਪਾਤਾਲ ਦਾ ਸੁਮੇਲ ਹੈ, ਜਿਹਦੇ ਵਿੱਚ ਰਾਤੀ ਰੁੱਤੀ ਥਿੱਤੀ ਵਾਰ ਦਾ ਸੁਮੇਲ ਹੈ,
ਪਰ ਇਹਦੇ ਵਿੱਚ ਤੁਸੀਂ ਕੀ ਸਮਝਣਾ? ਸਾਹਿਬ ਕਹਿੰਦੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਆ ਜਿਹੜੀ ਧਰਤੀ ਸਾਨੂੰ ਦਿੱਤੀ ਹੈ ਨਾ, ਉਹਨੇ ਥਾਪ ਕੇ ਇਹ ਦਿੱਤੀ ਹੈ ਧਰਮਸਾਲ, ਭਾਵ ਧਰਮ ਦੀ ਕਮਾਈ ਕਰਨ ਵਾਸਤੇ, ਉਹਦੇ ਰੂਲ, ਉਹਦੇ ਮਰਿਆਦਾ, ਉਹਦੇ ਹੁਕਮ ਦੇ ਵਿੱਚ ਚੱਲਣ ਵਾਸਤੇ। ਸਾਹਿਬ ਕਹਿੰਦੇ ਦੂਜਾ, ਆ ਜਿਹੜਾ ਤੁਹਾਨੂੰ ਸਰੀਰ ਪੰਜਾਂ ਤੱਤਾਂ ਦਾ ਦਿੱਤਾ ਹੈ, ਜਿਹਨੂੰ ਮਾਟੀ ਦਾ ਪੁੱਤਰਾ ਕਹਿੰਦੇ ਆ ਅਸੀਂ, ਇਹ ਵੀ ਮਿੱਟੀ ਹੈ, ਇਹ ਵੀ ਧਰਤੀ ਹੈ, ਇਹਦੇ ਵਿੱਚ ਵੀ ਪਾਣੀ ਹੈ, ਇਹਦੇ ਵਿੱਚ ਵੀ ਹਵਾ ਹੈ, ਇਹਦੇ ਵਿੱਚ ਵੀ ਅਗਨੀ ਹੈ, ਔਰ ਇਹਦੇ ਵਿੱਚ ਤੁਹਾਨੂੰ ਇਹ ਧਰਮ ਦੀ ਕਮਾਈ ਕਰਨ ਵਾਸਤੇ ਧਰਮਸਾਲ ਜਿਹੜਾ ਉਹ ਦਿੱਤਾ ਸੀ। ਪਰ ਹੋਇਆ ਕਿ ਨਾ ਅਸੀਂ ਇਸ ਧਰਤੀ ਨੂੰ ਸਮਝ ਸਕੇ, ਨਾ ਅਸੀਂ ਆਪਣੇ ਜੀਵਨ ਰੂਪੀ ਧਰਤੀ ਨੂੰ ਸਮਝ ਸਕੇ। ਅਸੀਂ ਆ ਕੁਦਰਤ ਨਾਲ ਵੀ ਖਿਲਵਾੜ ਕੀਤਾ, ਅਸੀਂ ਆਪਣੇ ਸਰੀਰ ਨਾਲ ਵੀ ਖਿਲਵਾੜ ਕੀਤਾ। ਜਿਹੜੇ ਆ ਨਸ਼ੇ ਕਰ ਰਹੇ ਨੇ, ਕਿ ਉਹਨਾਂ ਨੂੰ ਪਤਾ ਨਹੀਂ ਕਿ ਇਹ ਸਾਡੇ ਵਾਸਤੇ ਨਰਕ ਹੈ। ਔਰ ਹਰ ਇੱਕ ਨਸ਼ੇ ਦੇ ਹੇਠ ਲਿਖਿਆ ਹੁੰਦਾ ਹੈ ਕਿ ਇਹ ਤੁਹਾਡੀ ਸਿਹਤ ਵਾਸਤੇ ਹਾਨੀਕਾਰਕ ਹੈ। ਪਹਿਲੀ ਗੱਲ ਤੇ ਜਿਹੜਾ ਬਣਾਉਣ ਵਾਲਾ, ਲਿਖਣ ਵਾਲਾ, ਉਹ ਉਹੀ ਗਲਤ ਹੈ ਕਿ ਤੂੰ ਇੱਕ ਪਾਸੇ ਨਸ਼ਾ ਤੇ ਦੂਜੇ ਪਾਸੇ ਕਹਿੰਦਾ ਇਹ ਸਿਹਤ ਦੇ ਵਾਸਤੇ ਹਾਨੀਕਾਰਕ ਹੈ। ਤੇ ਜੇ ਤੈਨੂੰ ਪਤਾ ਹੈ ਵੀ ਹਾਨੀਕਾਰਕ ਹੈ, ਤੂੰ ਬਣਾ ਕੇ ਵੇਚ ਕਿਉਂ ਰਿਹਾ ਹੈ? ਜੇ ਵੇਚਣ ਵਾਲੇ ਨੂੰ ਪਤਾ ਹੈ ਔਰ ਉਹ ਲਿਖ ਵੀ ਰਿਹਾ ਬਕਾਇਦਾ, ਉਹ ਸਭ ਤੋਂ ਵੱਡੀ ਗਲਤੀ ਭੁੱਲ ਤੇ ਉਹ ਕਰ ਰਿਹਾ ਜਿਹੜਾ ਨਸ਼ਾ ਤਿਆਰ ਕਰਕੇ, ਤੇ ਫਿਰ ਉਹਨੂੰ ਪਤਾ ਵੀ ਹੈ ਤੇ ਫਿਰ ਉਹ ਵੇਚ ਵੀ ਰਿਹਾ। ਤੇ ਦੂਜੀ ਗੱਲ ਉਹ ਕਿ ਜਿਹੜੇ ਦੇਖ ਕੇ ਵੀ ਨਹੀਂ ਦੇਖ ਪਾ ਰਹੇ, ਉਹਨਾਂ ਨੂੰ ਕਿਹਾ ਸੀ ਇਹ ਨੇ ਅੰਧੇ, ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ। ਅੰਧੇ ਕੌਣ ਨੇ? ਲਿਖਿਆ ਹੋਇਆ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਅਸੀਂ ਪੀ ਰਹੇ ਹਾਂ। ਉਹ ਨੇ ਨਾ ਅੰਧੇ, ਪਤਾ ਹੈ ਵੀ ਆਹ ਕੰਮ ਗਲਤ ਹੈ, ਅਸੀਂ ਫਿਰ ਵੀ ਕਰ ਰਹੇ ਹਾਂ। ਆਹ ਰਸਤਾ ਗਲਤ ਹੈ, ਅਸੀਂ ਫਿਰ ਵੀ ਚੱਲ ਰਹੇ ਹਾਂ। ਆਹ ਸੰਗਤ ਮਾੜੀ ਹੈ, ਅਸੀਂ ਫਿਰ ਵੀ ਚੱਲ ਰਹੇ ਹਾਂ। ਮਹਾਰਾਜ ਕਹਿੰਦੇ ਇਹ ਨੇ ਅਸਲ ਵਿੱਚ ਅੰਧੇ, ਜਿਹੜੇ ਅੰਧੇ ਕਰਮ ਕਰ ਰਹੇ ਨੇ। ਜਿਹੜੀ ਆ ਧਰਤੀ ਥਾਪ ਕੇ ਸਾਨੂੰ ਮਹਾਰਾਜ ਨੇ ਦਿੱਤੀ ਹੈ, ਇਹ ਧਰਮਸਾਲ ਹੈ। ਇਹਦੇ ਵਿੱਚ ਅਸੀਂ ਧਰਮ ਦੀ ਕਮਾਈ ਕਰਨੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਹੋਕਾ ਦਿੱਤਾ, ਔਰ ਬਿਨਾਂ ਕਿਸੇ ਵਿਤਕਰੇ ਦੇ, ਬਿਨਾਂ ਕਿਸੇ ਜਾਤ ਪਾਤ ਦੇ, ਬਿਨਾਂ ਕਿਸੇ ਧਰਮ ਦੇ, ਸਾਹਿਬ ਨੇ ਇੱਕੋ ਹੀ ਜਿਹੜਾ ਰਾਹ ਚੁਣ ਕੇ ਸਭਨਾਂ ਲਈ ਸਾਂਝਾ, ਜਿਵੇਂ ਤੁਸੀਂ ਇਹ ਵਿਚਾਰ ਸਰਵਣ ਕਰਕੇ ਆਏ ਹੋ, ਇੱਕ ਜਿਵੇਂ ਉਸ ਸਤਿਗੁਰੂ ਜੀ ਨੇ ਜੋਗੀਆਂ ਨੂੰ ਸਮਝਾਇਆ ਸੀ, ਆਈ ਪੰਥੀ ਸਗਲ ਜਮਾਤੀ, ਮੇਰੇ ਲਈ ਸਾਰੀਆਂ ਜਮਾਤਾਂ ਇੱਕੋ ਹੀ ਨੇ। ਤੁਹਾਡੇ ਵਾਸਤੇ ਵੱਖਰੀਆਂ ਵੱਖਰੀਆਂ ਹੋ ਸਕਦੀਆਂ, ਤੁਹਾਡੇ ਫਿਰਕੇ 12 ਹੋ ਸਕਦੇ ਨੇ, ਪਰ ਤੁਹਾਡੀਆਂ 4 ਹਿੱਸੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਦੇ ਹੋ ਸਕਦੇ ਨੇ, ਪਰ ਮੇਰੇ ਵਾਸਤੇ ਸਾਰੀ ਜਮਾਤਾਂ ਇੱਕੋ ਹੀ ਨੇ। ਪਰ ਹੈਰਾਨੀ ਵਾਲੀ ਗੱਲ ਕਿ ਗੁਰੂ ਨਾਨਕ ਸਾਹਿਬ ਨੇ ਸਾਰੀਆਂ ਜਮਾਤਾਂ ਇੱਕ ਕੀਤੀਆਂ, ਅਸੀਂ ਉਹਨਾਂ ਜਮਾਤਾਂ ਨੂੰ ਫਿਰ ਵੰਡ ਕੇ ਰੱਖ ਦਿੱਤਾ। ਆਪਣੀਆਂ ਆਪਣੀਆਂ ਅਸੀਂ ਸੁਸਾਇਟੀਆਂ ਬਣਾ ਲਈਆਂ, ਆਪਣੀ ਆਪਣੀ ਮਰਿਆਦਾ ਬਣਾ ਲਈ, ਆਪਣੇ ਆਪਣੇ ਰੂਲ ਅਸੀਂ ਬਣਾ ਲਏ। ਅਸੀਂ ਗੁਰਬਾਣੀ ਨੂੰ ਵੀ ਵੰਡ ਲਿਆ, ਗੁਰੂ ਘਰ ਨੂੰ ਵੀ ਵੰਡ ਲਿਆ, ਅਸੀਂ ਅੰਮ੍ਰਿਤ ਦਾ ਬਾਟਾ ਵੀ ਵੰਡ ਲਿਆ। ਅਸੀਂ ਆਪਣੀ ਆਪਣੀ ਦੇਖੋ, ਕੋਈ ਕਹਿੰਦਾ ਰਾਤ ਵੀ ਜ਼ਿਕਰ ਚੱਲਿਆ ਸੀ ਪੰਜਾਂ ਪਿਆਰਿਆਂ ਨੂੰ ਸਾਹਿਬ ਨੇ ਵਡਿਆਈ ਦਿੱਤੀ, ਗੜੀ ਚੋਂ ਨਿਕਲਣਾ ਗੁਰੂ ਕਲਗੀਧਰ ਪਾਤਸ਼ਾਹ ਨੇ, ਤੇ ਸਾਹਿਬ ਜੀ ਕਹਿੰਦੇ ਪੰਜਾਂ ਦੇ ਵਿੱਚ ਮੇਰਾ ਨਿਵਾਸ ਹੋਏਗਾ। ਇੱਕ ਗੱਲ ਥੋੜਾ ਜਿਹਾ ਸਮਝ ਕੇ ਚੱਲਿਓ, ਪੰਜ ਪਿਆਰੇ ਜਦੋਂ ਆ ਖੰਡੇ ਦੀ ਪਹੁਲ ਲੈਣ ਲਈ ਅੰਮ੍ਰਿਤ ਅਬਲਾਖੀ ਆਉਂਦੇ ਨੇ, ਅੰਮ੍ਰਿਤ ਸੰਚਾਰ ਹੁੰਦਾ ਹੈ, ਤੇ ਪੰਜ ਪਿਆਰੇ ਜਿਹੜੇ ਨੇ ਉਹ ਤਿਆਰ ਬਰ ਤਿਆਰ ਹੁੰਦੇ ਨੇ। ਉਸ ਤੋਂ ਪਹਿਲਾਂ ਥੋੜਾ ਹੋਰ ਪਿੱਛੇ ਚਲੇ ਜਾਓ ਤੇ ਪੰਜ ਜਾਣੇ, ਕੋਈ ਕਿਸੇ ਮਹੱਲੇ ਵਿੱਚ ਰਹਿੰਦਾ ਹੈ, ਕੋਈ ਕਿਸੇ ਮਹੱਲੇ 'ਚ ਰਹਿੰਦਾ ਹੈ, ਕੋਈ ਕਿਸੇ 'ਚ ਰਹਿੰਦਾ ਹੈ। ਪੰਜ ਜਾਣੇ ਪੰਜੇ ਵੱਖਰੇ ਵੱਖਰੇ ਮਹੱਲੇ ਵਿੱਚ ਰਹਿੰਦੇ ਨੇ। ਕੋਈ ਦਿਹਾੜੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਦੁਕਾਨਦਾਰ ਕਰਦਾ ਹੈ। ਉਹ ਪੰਜਾਂ ਦੇ ਨਾਮ ਨੇ, ਕਿਸੇ ਦਾ ਨਾਮ ਬਲਦੇਵ ਸਿੰਘ ਹੈ, ਕਿਸੇ ਦਾ ਗੁਰਦਿਆਲ ਸਿੰਘ ਹੈ, ਕਿਸੇ ਦਾ ਨਾਮ ਕੁਝ ਹੈ। ਪਰ ਜਦੋਂ ਉਹ ਆ ਕੇ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਬਣ ਜਿਹੜਾ ਉਹ ਸਜਾ ਕੇ ਤੇ ਅਰਦਾਸ ਕਰਕੇ, ਸੁਧਾਈ ਕਰਕੇ, ਗੁਰੂ ਸਾਹਿਬ ਤੋਂ ਹੁਕਮ ਲੈ ਕੇ ਤਿਆਰ ਬਰ ਤਿਆਰ ਹੋ ਜਾਣ, ਫਿਰ ਉੱਥੇ ਪੰਜਾਂ ਦਾ ਨਾਮ ਵੱਖਰਾ ਵੱਖਰਾ ਨਹੀਂ ਹੁੰਦਾ। ਅਸੀਂ ਕਹਿੰਦੇ ਹਾਂ ਪੰਜ ਪਿਆਰੇ, ਉੱਥੇ ਪੰਜਾਂ ਪਿਆਰਿਆਂ ਦਾ ਨਾਮ ਹੁੰਦਾ ਹੈ, ਉੱਥੇ ਵੱਖਰੇ ਵੱਖਰੇ ਨਾਮ ਨਹੀਂ। ਉਹ ਬਾਹਰ ਸੀ, ਬਾਹਰ ਦੇ ਨਾਮ ਉੱਥੇ ਹੀ ਰਹਿ ਗਏ, ਉੱਥੇ ਸਿਰਫ ਇੱਕੋ ਹੀ ਨਾਮ ਹੁੰਦਾ ਪੰਜਾਂ ਪਿਆਰਿਆਂ ਦਾ।
ਤੇ ਜਦੋਂ ਅੰਮ੍ਰਿਤ ਅਬਲਾਖੀ ਅੰਮ੍ਰਿਤ ਦੀ ਦਾਤ ਲੈ ਕੇ ਆਉਂਦੇ ਆ, ਤੇ ਕੋਈ ਕਹਿੰਦਾ ਮੈਂ ਗੁਰਦਿਆਲ ਸਿੰਘ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਆਇਆ, ਕੋਈ ਕਹਿੰਦਾ ਮੈਂ ਬਲਦੇਵ ਸਿੰਘ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਆਇਆ। ਕੀ ਕਹਿੰਦੇ ਆ ਆਪਾਂ? ਅਸੀਂ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪੌਲ ਲੈ ਕੇ ਆਏ ਆ, ਪੰਜਾਂ ਪਿਆਰਿਆਂ ਤੋਂ। ਜੇ ਪਰ ਕੋਈ ਇਹ ਨਹੀਂ ਕਹਿੰਦਾ, ਫਿਰ ਅਸੀਂ ਆ ਖੰਡੇ ਦੀ ਪੌਲ ਆਪਣੀ ਆਪਣੀ ਮਰਿਆਦਾ ਬਣਾ ਕੇ ਕਿਉਂ ਚੱਲਦੇ ਆ? ਫਿਰ ਅਸੀਂ ਆਪਣੇ ਆਪਣੇ ਰੂਲ ਕਿਉਂ? ਅਸੀਂ ਕਹਿੰਦੇ ਜੀ ਮੈਂ ਤੇ ਫਲਾਣੇ ਦਾ ਅੰਮ੍ਰਿਤ ਛਕਿਆ, ਮੈਂ ਫਲਾਣੇ ਦਾ ਅੰਮ੍ਰਿਤ ਛਕਿਆ, ਮੈਂ ਫਲਾਣੇ ਦਾ ਅੰਮ੍ਰਿਤ ਛਕਿਆ, ਅਸੀਂ ਇੱਥੇ ਹੀ ਵੰਡੇ ਗਏ। ਜੇ ਅਸੀਂ ਫਲਾਣੇ ਦਾ ਛਕਿਆ, ਫਿਰ ਪੰਜਾਂ ਪਿਆਰਿਆਂ ਤੋਂ ਕਿਹਨੇ ਛਕਿਆ? ਪੁੱਛਣ ਵਾਲਾ ਹੋਵੇ ਕੋਈ ਉਹਨਾਂ ਨੂੰ। ਕੋਈ ਕਹਿੰਦਾ ਮੈਂ ਤੇ ਫਲਾਣਾ ਸੰਸਥਾ ਤੋਂ ਛਕਿਆ, ਮੈਂ ਫਲਾਣੀ ਸੰਸਥਾ ਤੋਂ ਛਕਿਆ, ਪਰ ਉਹਨਾਂ ਨੂੰ ਪੁੱਛੋ ਵੀ ਤੁਸੀਂ ਫਲਾਣੇ ਥਾਂ ਤੋਂ ਜੇ ਛਕਿਆ ਤੇ ਫਿਰ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪੌਲ ਕਿਉਂ ਨਹੀਂ ਲਈ? ਅਸਲ ਵਿੱਚ ਪੰਜਾਂ ਪਿਆਰਿਆਂ ਨੇ ਹੀ ਖੰਡੇ ਦੀ ਪੌਲ ਦਿੱਤੀ ਹੈ, ਪਰ ਅਸੀਂ ਵੰਡੀਆਂ ਪਾ ਕੇ ਆਪਣੀ ਆਪਣੀ ਸਟੈਂਪ ਲਾ ਦਿੱਤੀ ਉੱਥੇ। ਸਤਿਗੁਰੂ ਨੇ ਕਿਹਾ ਸੀ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਕਿਉਂਕਿ ਸਾਰੀਆਂ ਗੱਲਾਂ ਫਿਰ ਰਿਪੀਟ ਕਰਨੀਆਂ ਪੈਣੀਆਂ ਨੇ। ਬੱਚੇ ਨੂੰ ਪੜ੍ਹਾਈ ਕਰਵਾਈ ਗਈ, ਕਰਵਾਉਂਦੇ ਇੱਕ ਦਿਨ ਫਾਈਨਲ ਐਗਜ਼ਾਮ ਆਏ ਨਾ ਜਦੋਂ, ਤੇ ਬੱਚੇ ਨੂੰ ਫਿਰ ਉਹ ਦੁਬਾਰਾ ਰਿਪੀਟ ਕਰਾਇਆ ਜਾਂਦਾ ਲੈਸਨ। ਜੋ ਹੁਣ ਤੱਕ ਤੂੰ ਪੜ੍ਹਿਆ ਉਹਨੂੰ ਦੁਬਾਰਾ ਰਿਪੀਟ ਕਰਨਾ ਪਏਗਾ, ਤਾਂ ਜਾ ਕੇ ਤੂੰ ਐਗਜ਼ਾਮ ਦੇ ਵਿੱਚ ਪਾਸ ਹੋ ਸਕਦਾ ਹੈ, ਤਾਂ ਫਾਈਨਲ ਵਿੱਚ ਅੱਗੇ ਹੋ ਸਕਦਾ ਹੈ। ਹੁਣ ਆਪਾਂ ਫਾਈਨਲ ਤੱਕ ਪਹੁੰਚਣਾ ਹੈ, ਇਸ ਲਈ ਉਹ ਗੱਲਾਂ ਸਾਨੂੰ ਫਿਰ ਦੁਬਾਰਾ ਰਿਪੀਟ ਕਰਨੀਆਂ ਪੈਣਗੀਆਂ, ਸਾਨੂੰ ਉਹ ਦੁਬਾਰਾ ਚੇਤੇ ਕਰਨੀਆਂ ਪੈਣਗੀਆਂ, ਕਿਉਂਕਿ ਅੱਗੇ ਜਾ ਕੇ ਉਹਦੇ ਘਰ 'ਚ ਕਿਹੜੇ ਪ੍ਰਵਾਨ ਹੋ ਕੇ ਬੈਠੇ ਨੇ ਉਹ ਫਿਰ ਸਾਨੂੰ ਪਿੱਛੇ ਜਾਣਾ ਪੈਣਾ। ਇਸ ਲਈ ਸਾਰੀਆਂ ਗੱਲਾਂ ਸਮਝ ਕੇ ਧਰਮਸਾਲ ਵਿੱਚ ਕੀ ਆਪਾਂ ਕਰਨਾ, ਕੀ ਕਰ ਰਹੇ ਆ, ਕੀ ਬਣਾ ਦਿੱਤਾ ਧਰਮਸਾਲ ਨੂੰ, ਪਰ ਉਹਨੇ ਧਰਮਸਾਲ ਥਾਪ ਕੇ ਕੀ ਕਰਨ ਲਈ ਕਿਹਾ ਸੀ, ਇਹੀ ਗੱਲਾਂ ਤੇ ਗੁਰਬਾਣੀ 'ਚੋਂ ਸਿੱਖਣੀਆਂ ਨੇ। ਇਹੀ ਸਮਝਣ ਲਈ ਤੇ ਆਪਾਂ ਗੁਰਬਾਣੀ ਦਾ ਵਿੱਚ ਨਿਤਨੇਮ ਦਾ ਅਭਿਆਸ ਕਰਦੇ, ਇੱਕ ਕਥਾ ਵਿਚਾਰਾਂ ਇਸੇ ਲਈ ਨੇ। ਇਹ ਤੇ ਕੀਰਤਨ ਦੇ ਪ੍ਰਵਾਹ ਚੱਲ ਹੀ ਰਹੇ ਨੇ, ਕੀਰਤਨ ਤਾਂ ਹੋ ਹੀ ਰਿਹਾ, ਉਹਦੇ ਵਿੱਚੋਂ ਵਿਚਾਰਾਂ ਦਾ ਸਮਾਂ ਕਿਉਂ? ਕਿਉਂਕਿ ਸਾਨੂੰ ਵਿਚਾਰ ਸਮਝ ਆਵੇ ਗੁਰਬਾਣੀ ਕੀ ਕਹਿੰਦੀ ਹੈ। ਸਤਿਗੁਰੂ ਨੇ ਘਰ ਘਰ ਅੰਦਰ ਧਰਮਸਾਲ ਵਾਸਤੇ ਕਿਉਂ ਭਾਈ ਮਰਦਾਨਾ ਜੀ ਨੂੰ ਰਬਾਬ ਦੇ ਕੇ ਨਾਲ ਤੋਰਿਆ? ਕਿਉਂਕਿ ਘਰ ਘਰ ਅੰਦਰ ਧਰਮਸਾਲ ਨਹੀਂ ਸੀ ਬਣਿਆ ਹੋਇਆ, ਸਿਰਫ ਬਾਹਰੋਂ ਵਿਖਾਵਾ ਧਰਮ ਦਾ ਸੀ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਘਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਤਿੰਨਾਂ ਨੇ ਉਜਾੜ ਦਿੱਤਾ ਤੇ ਤਿੰਨੇ ਹੀ ਧਰਮੀ ਨੇ। ਲੋਕਾਂ ਦੀ ਨਜ਼ਰ ਦੇ ਵਿੱਚ ਤਿੰਨੇ ਧਰਮੀ ਨੇ, ਗੁਰੂ ਨਾਨਕ ਸਾਹਿਬ ਦੀ ਨਜ਼ਰ ਵਿੱਚ ਤਿੰਨੇ ਉਜਾੜਾ ਕਰਨ ਵਾਲੇ। ਇਹ ਧਰਮਸਾਲ ਨੂੰ ਇਹਨਾਂ ਨੇ ਧਰਮਸਾਲ ਨਹੀਂ ਬਣਾਇਆ, ਇਹਨਾਂ ਨੇ ਤੇ ਉਜਾੜਾ ਕਰਕੇ ਰੱਖ ਦਿੱਤਾ। ਸਾਹਿਬ ਕਹਿੰਦੇ ਤੀਨੇ ਉਜਾੜੇ ਕਾ ਬੰਦ, ਤੇ ਤਿੰਨਾਂ ਨੂੰ ਗੁਰੂ ਸਾਹਿਬ ਨੇ ਬਿਠਾ ਕੇ ਸਮਝਾਇਆ ਕਿ ਧਰਮਸਾਲ ਜੇ ਹੈ ਤੇ ਧਰਮਸਾਲ ਬਣਾ ਕੇ ਰੱਖੋ, ਉਹਦੇ ਵਿੱਚ ਧਰਮ ਦੀ ਕਮਾਈ ਕਰੋ। ਕਾਜੀ ਨੂੰ ਰਿਸ਼ਵਤ ਦਿੱਤੀ, ਉਹ ਉਹਨਾਂ ਦੀ ਬੋਲੀ ਬੋਲਣ ਲੱਗ ਗਿਆ। ਬ੍ਰਾਹਮਣ ਜਿਹੜਾ ਸੀ ਉਹ ਆਪਣੇ ਸ਼ਾਸਤਰਾਂ ਵੇਦਾਂ ਦੇ ਮੁਤਾਬਕ ਜੀਆਂ ਦੀ ਹੱਤਿਆ ਕਰਨ ਲੱਗ ਗਿਆ, ਗਰੀਬ ਮਾਰ ਕਰਨ ਲੱਗ ਗਿਆ। ਜੋਗੀ ਆ ਜੁਗਤ ਅਸਲ ਵਿੱਚ ਜਾਣੀ ਨਹੀਂ, ਉਹ ਬਾਹਰ ਦੀਆਂ ਜੁਗਤੀਆਂ ਦੱਸ ਕੇ ਉਹਨਾਂ ਨੂੰ ਗੁੰਮਰਾਹ ਕਰਦਾ ਰਿਹਾ। ਸਾਹਿਬ ਕਹਿੰਦੇ ਨਹੀਂ, ਧਰਮ ਐਵੇਂ ਨਹੀਂ ਕਮਾਇਆ ਜਾਂਦਾ। ਉਸ ਕਾਦਰ ਨੇ ਕੁਦਰਤ ਵਿੱਚ ਜੋ ਧਰਮਸਾਲ ਤੁਹਾਨੂੰ ਦਿੱਤਾ ਹੈ, ਉਹਦੇ ਵਿੱਚ ਰਹਿ ਕੇ ਤੁਸੀਂ ਧਰਮ ਦੀ ਕਮਾਈ ਜਿਹੜੀ ਆ ਉਹ ਕਰਨੀ। ਖੈਰ, ਗੁਰੂ ਨਾਨਕ ਸਾਹਿਬ ਜੀ ਜੋ ਸਮਝਾਉਣਾ ਚਾਹੁੰਦੇ ਨੇ, ਇਸ ਚ ਧਰਤੀ ਥਾਪ ਰੱਖੀ ਧਰਮਸਾਲ, ਜਿਹੜਾ ਆ ਪਵਨ ਪਾਣੀ ਅਗਨੀ ਪਤਾਲ ਹੈ, ਇਹਦੇ ਵਿੱਚ ਧਰਤੀ ਨੂੰ ਥਾਪ ਕੇ ਧਰਮਸਾਲ ਦਾ ਇੱਕ ਰੂਪ ਉਸ ਕਰਤੇ ਨੇ ਦਿੱਤਾ ਹੈ। ਤੇ ਦੋ ਖਿਆਲ ਲੈ ਕੇ ਚੱਲਿਓ, ਇੱਕ ਜਿਸ ਧਰਤੀ ਤੇ ਰਹਿ ਰਹੇ ਹਾਂ, ਔਰ ਇੱਕ ਆਹ ਧਰਤੀ ਸਾਡਾ ਇਹ ਸਰੀਰ, ਇਹਦੇ ਵਿੱਚ ਵੀ ਅਸੀਂ ਧਰਮਸਾਲ ਬਣਾਉਣਾ। ਕਿਉਂਕਿ ਇੱਕ ਸੱਚਖੰਡ ਜਿਹੜਾ ਧਰਤੀ ਤੇ ਬਣਾ ਦਿੱਤਾ, ਇੱਕ ਸੱਚਖੰਡ ਅੰਦਰ ਹੈ। ਅਸੀਂ ਬਾਹਰ ਦੇ ਸੱਚਖੰਡ ਵਿੱਚ ਆ ਕੇ ਅੰਦਰ ਦੇ ਸੱਚਖੰਡ ਤੱਕ ਪਹੁੰਚਣਾ। ਇਹ ਪਹਿਲਾਂ ਸਾਨੂੰ ਬਾਹਰ ਦਾ ਸੱਚਖੰਡ ਹੀ ਦੇਖੋ, ਕਈ ਵਾਰ ਜ਼ਿਕਰ ਹੋਈ, ਵਿਚਾਰਾਂ ਫਿਰ ਹੋ ਜਾਂਦੀਆਂ ਨੇ ਕਿ ਸਾਨੂੰ ਪਹਿਲਾਂ ਅਸੀਂ ਕਹਿੰਦੇ ਹਾਂ ਹਰਮੰਦਰ ਸਾਹਿਬ ਸੱਚਖੰਡ ਦਰਬਾਰ ਸਾਹਿਬ ਕਹਿੰਦੇ ਹਾਂ, ਪਰ ਪਹਿਲਾਂ ਉਹਨੂੰ ਤੇ ਸਮਝ ਲਈਏ, ਉਹਦਾ ਰਸਤਾ ਇੱਕੋ ਹੀ ਹੈ। ਅਸੀਂ ਵੰਡੀਆਂ ਪਾ ਕੇ ਵੱਖਰੇ ਵੱਖਰੇ ਲਾਈਨਾਂ ਵਿੱਚ ਤੁਰ ਰਹੇ ਹਾਂ।
ਸਾਹਿਬ ਕਹਿੰਦੇ ਵੱਖਰੇ ਵੱਖਰੀ ਲਾਈਨਾਂ ਵਿੱਚ ਨਹੀਂ, ਤੈਨੂੰ ਇੱਕੋ ਹੀ ਪੰਗਤ ਵਿੱਚ ਆ ਕੇ ਇੱਕੋ ਹੀ ਰਾਹ ਤੁਰਨਾ ਪਏਗਾ, ਤਾਂ ਤੂੰ ਸੱਚਖੰਡ ਦਾ ਵਾਸੀ ਬਣ ਸਕਦਾ ਹੈ। ਪਹਿਲਾਂ ਉੱਥੇ ਤਾਂ ਸਾਨੂੰ ਬੈਠਣਾ ਆ ਜਾਏ, ਫਿਰ ਇੱਕ ਦਿਨ ਅੰਦਰ ਵੀ ਬਹਿਣਾ ਆ ਜਾਏਗਾ। ਸਾਡੇ ਅੰਦਰ ਹਿਰਦੇ ਵਿੱਚ ਕਰਤਾ ਵਸਦਾ ਹੈ, ਜਿੱਥੇ ਵਸਦਾ ਹੈ ਉਹ ਸੱਚਖੰਡ ਹੈ। ਇਸ ਲਈ ਸਾਹਿਬ ਕਹਿੰਦੇ ਆ ਧਰਤੀ ਨੂੰ ਥਾਪ ਕੇ ਇਹਨੂੰ ਫਿਰ ਧਰਮਸਾਲ ਦਾ ਰੂਪ ਦਿੱਤਾ। ਇਸ ਵਿੱਚ ਜੀ ਜੁਗਤ ਕੇ ਰੰਗ। ਸਾਹਿਬ ਕਹਿੰਦੇ ਆ ਜਿਹੜੀ ਧਰਤੀ ਬਣਾਈ ਆ ਨਾ, ਇਹ ਧਰਮਸਾਲ ਸੀ, ਜਿੱਥੇ ਤੁਸੀਂ ਧਰਮ ਦਾ ਅਸਥਾਨ ਬਣਾ ਕੇ ਧਰਮ ਦੀ ਕਮਾਈ ਕਰਨੀ ਸੀ। ਇਸ ਦੇ ਵਿੱਚ ਕੀ ਹੈ, ਕਈ ਪ੍ਰਕਾਰ ਦੇ ਜੀਵ ਨੇ। ਜੀ ਜੱਜੇ ਨੂੰ ਬਿਹਾਰੀ ਨਾਲ ਐੜਾ ਬਹੁਵਚਨ ਬਣ ਗਿਆ। ਕਈ ਪ੍ਰਕਾਰ ਦੇ ਤੁਹਾਨੂੰ ਇਹਦੇ ਵਿੱਚ ਜੀਵ ਨਜ਼ਰ ਆਉਣਗੇ। ਜੁਗਤ ਤੱਤੇ ਨੂੰ ਸਿਆਰੀ ਜੁਗਤੀ, ਉਹਨੇ ਜਿਹੜੇ ਜੁਗਤੀ ਨਾਲ ਜੀਵ ਬਣਾਏ ਨੇ, ਉਹਨਾਂ ਦੇ ਅਨੰਤ ਰੰਗ ਤੁਹਾਨੂੰ ਇਸ ਧਰਤੀ ਰੂਪੀ ਧਰਮਸਾਲ ਦੇ ਵਿੱਚ ਨਜ਼ਰ ਆਉਣਗੇ। ਤਿਨ ਕੇ ਨਾਮ ਅਨੇਕ ਅਨੰਤ। ਔਰ ਉਹਨਾਂ ਦੇ ਅਨੰਤ ਨਾਮ ਨੇ। ਸਿਰਫ ਆਪਾਂ ਇੱਕ ਸ਼ਬਦ ਕਹਿ ਦਿੰਦੇ ਹਾਂ ਪਸ਼ੂ, ਪਰ ਅੱਗੋਂ ਪਸ਼ੂਆਂ ਦੇ ਵੀ ਕਿੰਨੇ ਨਾਮ ਨੇ। ਅਸੀਂ ਇੱਕ ਸ਼ਬਦ ਕਹਿ ਦਿੰਦੇ ਹਾਂ ਪੰਛੀ, ਪਰ ਪੰਛੀ ਦੀਆਂ ਅੱਗੋਂ ਜਾਤੀਆਂ ਵੀ ਕਿੰਨੀਆਂ ਨੇ, ਉਹਨਾਂ ਦੀਆਂ ਸ਼੍ਰੇਣੀਆਂ ਵੀ ਕਿੰਨੀਆਂ ਨੇ। ਕੋਈ ਕਿਸੇ ਕਿਸਮ ਦਾ ਪੰਛੀ ਹੈ, ਕੋਈ ਕਿਸੇ ਕਿਸਮ ਦਾ, ਕੋਈ ਕਿਸੇ ਕਿਸਮ ਦਾ। ਜਾਨਵਰ ਇੱਕ ਸ਼ਬਦ ਹੈ, ਪਰ ਉਹਦੀਆਂ ਅੱਗੋਂ ਜਾਤੀਆਂ ਕਿੰਨੀਆਂ, ਉਹਦੀਆਂ ਸ਼੍ਰੇਣੀਆਂ ਕਿੰਨੀਆਂ ਨੇ ਅੱਗੋਂ। ਕਹਿ ਲੱਗੀ ਇੱਕ ਜਾਨਵਰ, ਅਸੀਂ ਕਹਿੰਦੇ ਆ ਵੀ ਆਹ ਕਿਹੜਾ ਜਾਨਵਰ ਹੈ, ਅਸੀਂ ਕਹਿੰਦੇ ਇਹ ਫਲਾਣਾ। ਆਹ ਕਿਹੜਾ, ਇਹ ਕਹਿੰਦੇ ਅਸੀਂ ਫਲਾਣਾ। ਜਾਂ ਘਰ ਦੇ ਵਿੱਚ ਜਿਹੜੇ ਆਪਾਂ ਕੁੱਕਰ, ਜਿਹੜੇ ਕੁੱਤੇ ਪਾਲੇ ਹੋਏ ਨੇ, ਉਹਨਾਂ ਦੀ ਵੀ ਕਿੰਨੀਆਂ ਸ਼੍ਰੇਣੀਆਂ। ਅਸੀਂ ਕਹਿੰਦੇ ਇਹ ਫਲਾਣੀ ਸ਼੍ਰੇਣੀ ਦਾ ਹੈ, ਇਹ ਫਲਾਣੀ ਸ਼੍ਰੇਣੀ ਦਾ ਹੈ। ਸਭ ਕਹਿੰਦੇ ਨੇ ਜਿੰਨੀਆਂ ਵੀ ਉਹਨੇ ਜੁਗਤੀ ਨਾਲ ਜੀਵ ਬਣਾਏ ਨੇ, ਉਹਨਾਂ ਦੇ ਵੱਖਰੇ ਵੱਖਰੇ ਰੰਗ ਨੇ, ਔਰ ਉਹਨਾਂ ਦੇ ਅਨੰਤ ਅੱਗੋਂ ਉਹਨਾਂ ਦੇ ਨਾਮ ਨੇ। ਅਨੰਤ ਕਹਿੰਦੇ ਅਨੰਤ ਦਾ ਅਰਥ ਹੈ ਜਿਹਦਾ ਅੰਤ ਕੋਈ ਨਹੀਂ। ਅਜੇ ਤਾਂ ਸਾਡੀ ਅੱਖ ਨੇ ਉਹ ਜੀਵ ਜੰਤੂ ਵੇਖੇ ਹੀ ਨਹੀਂ ਜਿਹੜੇ ਕੁਦਰਤ ਨੇ ਬਣਾਏ ਹੋਏ ਨੇ। ਅਸੀਂ ਤਾਂ ਸਿਰਫ ਅਜੇ ਥੋੜੇ ਜਿਹੇ ਜੀਵ ਜੰਤੂ ਵੇਖੇ ਨੇ। ਜੇ ਕਿਤੇ ਸਰਚ ਕਰਨ ਵਾਲੇ ਜਦੋਂ ਸਾਡੇ ਸਾਹਮਣੇ ਕੋਈ ਵੀਡੀਓ ਕਲਿੱਪ ਲੈ ਕੇ ਆਉਂਦੇ ਨੇ ਨਾ, ਸਾਡੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਕਿ ਇਹ ਵੀ ਜੀਵ ਜੰਤੂ ਰੱਬ ਨੇ ਬਣਾਏ, ਐਸੇ ਵੀ ਜੀਵ ਜੰਤੂ ਰੱਬ ਨੇ ਬਣਾਏ। ਮੈਂ ਤੇ ਸਾਰੀ ਉਮਰ ਮੇਰੀ ਲੰਘ ਗਈ, ਮੈਂ ਇਸ ਤਰ੍ਹਾਂ ਦਾ ਕੋਈ ਜੀਵ ਜੰਤੂ ਵੇਖਿਆ ਹੀ ਨਹੀਂ। ਪਰ ਜਦੋਂ ਸਰਚ ਕਰਨ ਵਾਲੇ, ਖੋਜਾਂ ਕਰਨ ਵਾਲੇ ਖੋਜ ਕਰ ਕਰਕੇ ਗਹਿਰਾਈ ਵਿੱਚੋਂ ਦੀ ਨਵੇਂ-ਨਵੇਂ ਰੰਗਾਂ ਦੇ ਜੀਵ ਲੈ ਕੇ ਆਉਂਦੇ ਨੇ, ਉਹਨਾਂ ਦੇ ਨਾਮ ਰੱਖੇ ਜਾਂਦੇ ਨੇ। ਉਹ ਜਦੋਂ ਸਾਡੀ ਅੱਖ ਸਾਹਮਣੇ ਆਉਂਦਾ, ਅਸੀਂ ਹੈਰਾਨ ਹੋ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਵੀ ਅਸੀਂ ਤੇ ਆ ਚੰਦ ਪਸ਼ੂ ਪੰਛੀ ਕੀੜੇ ਮਕੌੜੇ ਵੇਖ ਕੇ ਕਹਿੰਦੇ ਹਾਂ ਬਸ ਇਹੀ ਕੁਝ ਹੈ। ਨਹੀਂ, ਇਸ ਤੋਂ ਅਗਾਂਹ ਵੀ ਬੜਾ ਕੁਝ ਹੈ ਜਿਹਦਾ ਅੰਤ ਕੋਈ ਨਹੀਂ। ਸਾਹਿਬ ਜੀ ਕਹਿੰਦੇ ਨੇ ਤਿੰਨ ਕੇ ਨਾਮ ਅਨੇਕ ਆਨੰਦ। ਚਲੋ ਆਪਾਂ ਆਪਣਾ ਹੀ ਲਾ ਲਈਏ, ਅਸੀਂ ਹੈ ਤੇ ਮਨੁੱਖਾ ਜਾਤੀ ਦੇ ਹਾਂ, ਪਰ ਜਿੰਨੇ ਵੀ ਆ ਹੈ ਤੇ ਸਭਨਾਂ ਦੇ ਨਾਮ ਵੱਖਰੇ ਵੱਖਰੇ ਨੇ। ਸਾਰੀ ਦੁਨੀਆ ਦੇ ਵਿੱਚ ਜਿੰਨੇ ਵੀ ਅਰਬਾਂ ਖਰਬਾਂ ਚ ਸਾਰਿਆਂ ਦੇ ਨਾਮ ਵੱਖਰੇ ਆ। ਇਸ ਲਈ ਸਾਹਿਬ ਕਹਿੰਦੇ ਇਹ ਜਿੰਨੇ ਵੀ ਸੰਸਾਰ ਵਿੱਚ ਜੀ ਨੇ, ਇਹਨਾਂ ਸਾਰਿਆਂ ਦੇ ਅਨੰਤ ਨਾਮ ਵੀ ਹਨ। ਕਰਮੀ ਕਰਮੀ ਹੋਏ ਵਿਚਾਰ। ਪਰ ਬੰਦਿਆ ਤੇਰੇ ਵਾਸਤੇ ਇਹ ਗੁਰਬਾਣੀ ਦਾ ਖਜ਼ਾਨਾ ਹੈ। ਠੀਕ ਹੈ, ਅਨੰਤ ਜੀਵ ਨੇ, ਅੱਗੋਂ ਉਹਨਾਂ ਦੇ ਰੰਗ ਨੇ, ਉਹਨਾਂ ਦੇ ਨਾਮ ਨੇ, ਪਰ ਜਿਹੜੀ ਗੁਰਬਾਣੀ ਦਾ ਖਜ਼ਾਨਾ ਦਿੱਤਾ ਹੈ ਨਾ, ਇਹ ਮਨੁੱਖ ਦੇ ਹਿੱਸੇ ਆਇਆ, ਇਹ ਪਸ਼ੂ ਦੇ ਨਹੀਂ ਆਇਆ, ਇਹ ਪੰਛੀ ਦੇ ਜਾਨਵਰ ਦੇ ਹਿੱਸੇ, ਕੀਟ ਪਤੰਗੇ ਦੇ ਹਿੱਸੇ ਨਹੀਂ ਆਇਆ, ਇਹ ਆਇਆ ਮਨੁੱਖ ਦੇ ਹਿੱਸੇ। ਕਿਉਂਕਿ ਮਨੁੱਖ ਸਿਰਫ ਅਖੀਰਲੀ ਜਿਹੜੀ ਪੌੜੀ ਹੈ ਨਾ, ਉਹ ਅਖੀਰਲੇ ਡੰਡੇ ਤੇ ਸਟੈਪ ਜਿਹੜਾ ਉੱਥੇ ਖਲੋਤਾ ਹੈ, ਉਹ ਸਾਰਾ ਸਫ਼ਰ ਤੈਅ ਕਰਕੇ ਆਇਆ ਹੋਇਆ ਸਿਰਫ ਇੱਕ ਕਦਮ ਅੱਗੇ ਵਧਾਉਣਾ। ਸੰਸਾਰ ਤੋਂ ਨਿਰੰਕਾਰ ਤੱਕ, ਇਸ ਮਨੁੱਖਤਾ ਤੋਂ ਕਹਿੰਦੇ ਇਨਸਾਨ ਤੋਂ ਭਗਵਾਨ ਤੱਕ ਇੱਕ ਕਦਮ ਅੱਗੇ ਵਧਾਉਣਾ। ਬਸ ਇੱਕ ਕਦਮ ਅੱਗੇ ਵਧਾਉਣਾ ਹੀ ਔਖਾ ਹੋ ਗਿਆ ਕਿ ਅੱਗੋਂ ਵਿਕਾਰਾਂ ਨੇ ਰੁਕਾਵਟ ਪਾ ਦਿੱਤੀ, ਅਵਗਣਾ ਨੇ ਰੁਕਾਵਟ ਪਾ ਦਿੱਤੀ। ਇਹ ਮਨੁੱਖ ਹੋ ਕੇ ਵੀ ਮਨੁੱਖ ਨਹੀਂ ਹੈ, ਪਸ਼ੂ ਹੈ, ਪੰਛੀ, ਸ਼ੈਤਾਨ ਹੈ। ਇਹਦੇ ਵਿੱਚ ਜਿਹੜੇ ਨੇ ਉਹ ਕਣ ਪਾਏ ਗਏ। ਸਾਹਿਬ ਜੀ ਕਹਿੰਦੇ ਤੇਰੇ ਨਾਲੋਂ ਤੇ ਇੱਕ ਕੂਕਰ ਚੰਗਾ, ਤੇਰੇ ਨਾਲੋਂ ਤੇ ਇੱਕ ਸੂਕਰ ਸੂਅਰ ਚੰਗਾ, ਤੇਰੇ ਨਾਲੋਂ ਤੇ ਸੱਪ ਚੰਗਾ, ਤੇਰੇ ਨਾਲੋਂ ਤੇ ਆ ਜਾਨਵਰ ਚੰਗਾ। ਕਿਉਂ?
ਕਿਉਂਕਿ ਤੈਨੂੰ ਇਹਨਾਂ ਸਾਰਿਆਂ ਤੋਂ ਲੰਘਾ ਕੇ ਅੱਗੇ ਲਿਆਂਦਾ ਸੀ, ਪਰ ਤੇਰੇ ਅੰਦਰ ਦੀ ਸੋਚ ਹਜੇ ਵੀ ਪਿਛਾਂ ਵਾਲੀ ਰਹਿ ਗਈ। ਕਰਤੂਤ ਪਸ਼ੂ ਕੀ ਮਾਨਸ ਜਾਤ, ਤੂੰ ਜਾਤ ਤਾਂ ਮਨੁੱਖਾਂ ਵਿੱਚ ਆ ਗਿਆ ਧਰਮ ਕਮਾਉਣ ਵਾਸਤੇ, ਪਰ ਅਫਸੋਸ ਕਿ ਤੇਰੀ ਸੋਚ ਉਹੀ ਰਹਿ ਗਈ ਜਿਨ੍ਹਾਂ ਰਾਹਾਂ ਤੋਂ ਤੂੰ ਲੰਘ ਕੇ ਆਇਆ ਸੀ, ਫਿਰ ਪਿਛਾਂ ਨੂੰ ਹੀ ਜਾਂਦੇ ਸੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਧਿਆਨ ਰੱਖ, ਜਿਸ ਮੋੜ ਤੇ ਤੂੰ ਆ ਗਿਆ ਨਾ, ਜਿਸ ਮਨੁੱਖਾ ਦੇਹੀ ਵਿੱਚ ਤੂੰ ਆ ਗਿਆ, ਉੱਥੇ ਹੁਣ ਵਿਚਾਰ ਕਰਮ ਦੀ ਹੋਣੀ ਹੈ। ਉੱਥੇ ਤੈਨੂੰ ਕਰਮ ਦੀ ਖੇਡ ਸਮਝਾਈ ਜਾਣੀ ਹੈ ਕਿ ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ। ਹੁਣ ਧਿਆਨ ਰੱਖੀ, ਕਰਮਾ ਸੰਦੜਾ ਖੇਤ ਹੈ। ਹੁਣ ਇਸ ਖੇਤ ਵਿੱਚ ਜਿੱਦਾਂ ਦਾ ਬੀਜ ਪਾਏਗਾ ਉਦਾਂ ਦਾ ਫਲ ਤੈਨੂੰ ਮਿਲਦਾ ਜਾਏਗਾ, ਕਿਉਂਕਿ ਇਹ ਸੋਚ ਪਸ਼ੂ ਕੋਲ ਨਹੀਂ ਹੈ, ਇਹ ਸੋਚ ਜਾਨਵਰ ਦੇ ਕੋਲ ਨਹੀਂ ਹੈ, ਇਹ ਸੋਚ ਕੀਟ ਪਤੰਗੇ ਦੇ ਕੋਲ ਨਹੀਂ ਹੈ। ਉਹ ਆਪਣੀ ਆਪਣੀ ਮੌਜ ਵਿੱਚ ਤੁਰੇ ਹੋਏ ਨੇ, ਪਰ ਇਹ ਸੋਚ ਮੰਡਲ ਹੈ ਮਨੁੱਖ ਦੇ ਕੋਲ, ਜਿਹਨੂੰ ਸੋਚਣ ਵਾਸਤੇ ਆ ਦਿਮਾਗ ਦਿੱਤਾ ਹੈ, ਮਨ ਦਿੱਤਾ ਗਿਆ। ਤੂੰ ਇੱਥੇ ਸੋਚਣਾ ਕਿ ਮੈਂ ਕਰਮ ਅੱਗੋਂ ਕਿਹੜੇ ਕਰਨੇ ਨੇ। ਇੱਕ ਗੱਲ ਧਿਆਨ 'ਚ ਰੱਖੀ, ਇਹ ਧਰਮਸਾਲ ਵਿੱਚ ਤੈਨੂੰ ਤੋਰਨ ਲੱਗਿਆ ਕੁਝ ਗੱਲਾਂ ਤੈਨੂੰ ਸਿਖਾ ਕੇ ਤੋਰੀਆਂ ਜਾਣਗੀਆਂ, ਜਿਨ੍ਹਾਂ ਦਾ ਤੂੰ ਧਿਆਨ ਰੱਖਣਾ ਹੈ। ਅਸੀਂ ਕਿਸੇ ਵੀ ਅਦਾਰੇ ਵਿੱਚ ਜਾਂਦੇ ਹਾਂ ਨਾ, ਕਿਸੇ ਵੀ, ਭਾਵੇਂ ਸਕੂਲ ਹੈ, ਹਸਪੀਟਲ ਹੈ, ਕੋਰਟ ਕਚਹਿਰੀਆਂ ਨੇ, ਈਵਨ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਹੋਵੇ, ਤੇ ਜਦੋਂ ਜਾਂਦੇ ਹਾਂ ਤੇ ਪਹਿਲਾਂ ਲਿਖਿਆ ਹੁੰਦਾ ਵੀ ਧਿਆਨ ਦੇਣ ਯੋਗ ਗੱਲਾਂ, ਕਿ ਤੁਸੀਂ ਆਹ ਗੱਲਾਂ ਦਾ ਧਿਆਨ ਅੰਦਰ ਜਾ ਕੇ ਰੱਖਣਾ ਹੈ। ਸਾਹਿਬ ਕਹਿੰਦੇ ਮਨੁੱਖਾ ਦੇਹੀ ਵਿੱਚ ਆ ਗਿਆ, ਹੁਣ ਇੱਥੇ ਕੁਝ ਗੱਲਾਂ ਧਿਆਨ 'ਚ ਰੱਖੀ, ਅੱਗੇ ਜਾ ਕੇ ਦੋਸ਼ ਨਾ ਦੇਣ ਲੱਗ ਜਾਈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਕਦ ਤੱਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਾਹਿਬ ਕਹਿੰਦੇ ਹੁਣ ਕਰਮ ਖੇਡ ਸ਼ੁਰੂ ਹੋ ਗਈ ਤੇਰੀ। ਹੁਣ ਇਸ ਕਰਮ ਖੇਡ ਵਿੱਚ ਜੇ ਤੂੰ ਬੁਰਾਈਆਂ ਛੱਡਦਾ ਜਾਏਗਾ, ਅੱਗੇ ਚੰਗਿਆਈਆਂ ਚੰਗੇ ਗੁਣ ਧਾਰਨ ਕਰਦਾ ਜਾਏਗਾ, ਅੱਗੇ ਜਾ ਕੇ ਕਾਂਟਾ ਬਦਲ ਜਾਏਗਾ, ਫਿਰ ਤੂੰ ਕਰਮ ਖੇਡ ਤੋਂ ਧਰਮ ਖੇਡ ਵਿੱਚ ਆ ਜਾਏਗਾ। ਜਦੋਂ ਤੂੰ ਧਰਮੀ ਬਣ ਜਾਏਗਾ, ਫਿਰ ਉੱਥੇ ਤੇਰੇ ਕੋਲੋਂ ਕੋਈ ਪੁੱਛ ਗਿੱਛ ਨਹੀਂ ਹੋਏਗੀ, ਕਿਉਂਕਿ ਤੂੰ ਫਿਰ VIP ਬਣ ਜਾਏਗਾ। ਜਿਹੜੇ VIP ਹੁੰਦੇ ਉਹਨਾਂ ਤੋਂ ਥੋੜੀ ਪੁੱਛ ਗਿੱਛ ਹੁੰਦੀ ਹੈ, ਉਹਨਾਂ ਨੂੰ ਤੇ ਰਸਤਾ ਖੋਲ ਦਿੱਤਾ ਜਾਂਦਾ ਹੈ ਕਿ ਇਹ ਤਾਂ VIP ਹੈ, ਇਹਨਾਂ ਨੂੰ ਨਹੀਂ ਰੋਕਣਾ। ਆਮ ਜਿਹੜਾ ਉਹ ਹਰ ਇੱਕ ਨੂੰ ਰੋਕ ਦਿੱਤਾ ਜਾਂਦਾ ਹੈ। ਇੱਥੇ ਫਿਰ ਕਹਿਣ ਲੱਗੇ ਉਹ ਜਿਹੜਾ ਗੁਰਮੁਖ ਬਣ ਗਿਆ ਨਾ, ਜਿਹਨੇ ਗੁਰੂ ਦੀ ਮੱਤ ਲੈ ਕੇ ਧਰਮ ਨੂੰ ਕਮਾ ਲਿਆ, ਉਹਦੇ ਲਈ ਜੰਮ ਵੀ ਉਹਦਾ ਰਾਹ ਨਹੀਂ ਰੋਕਦਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਉਹਦੇ ਨੇੜੇ ਜਮ ਕੀ, ਜਮ ਦਾ ਦੂਤ ਵੀ ਉਹਦੇ ਨੇੜੇ ਨਹੀਂ ਆਉਂਦਾ ਰਾਹ ਰੋਕਣ ਵਾਸਤੇ। ਕਿਉਂ? ਕਿਉਂਕਿ ਉਹਨੇ ਫਿਰ ਆ ਧਰਮੀ ਬਣ ਕੇ ਧਰਮਸਾਲ ਵਿੱਚ ਧਰਮ ਦਾ ਗੁਣ ਲੈ ਲਿਆ। ਉਹਦੇ ਫਿਰ ਐਸੇ ਜੀਵਨ ਵਿੱਚ ਐਸੀ ਬਖਸ਼ਿਸ਼ ਭਰ ਗਈ ਕਿ ਉੱਥੇ ਉਹਦੇ ਕੋਲੋਂ ਕੋਈ ਸਵਾਲ ਨਹੀਂ, ਕੋਈ ਪੁੱਛ ਗਿੱਛ ਨਹੀਂ। ਪਰ ਮਹਾਰਾਜ ਕਹਿੰਦੇ ਜੇ ਤੂੰ ਹਜੇ ਸੰਸਾਰੀ ਹੈ, ਜੇ ਤੂੰ ਹਜੇ ਕਰਮੀ ਹੈ, ਤਾਂ ਧਿਆਨ ਰੱਖੀ ਤੇਰੀ ਵਿਚਾਰ ਜ਼ਰੂਰ ਹੋਏਗੀ, ਤੇਰੇ ਕਰਮ ਦਾ ਲੇਖਾ ਵੀ ਹੋਏਗਾ, ਤੇਰੇ ਮਾੜੇ ਚੰਗੇ ਕਰਮ ਦਾ ਲੇਖਾ ਵੀ ਹੋਏਗਾ, ਤੇਰੇ ਕੋਲੋਂ ਪੁੱਛ ਗਿੱਛ ਵੀ ਹੋਏਗੀ, ਤੈਨੂੰ ਰਿਮਾਂਡ ਦੇ ਵਿੱਚ ਵੀ ਲਿਆ ਜਾਏਗਾ ਔਰ ਸਖਤੀ ਨਾਲ ਪੁੱਛਿਆ ਜਾਏਗਾ ਤੂੰ ਆਹੋਂ ਕਿਹੜੇ ਕੰਮ, ਤੂੰ ਕਿਹੜੇ ਕੰਮ ਆਇਆ ਸੀ? ਇੱਥੇ ਧੋਖਾਧੜੀ ਕਰਨ ਆਇਆ ਸੀ, ਠੱਗੀਆਂ ਕਰਨ ਆਇਆ ਸੀ, ਇੱਥੇ ਹੇਰਾ ਫੇਰੀਆਂ ਕਰਨ ਆਇਆ ਸੀ? ਤੂੰ ਧਰਮ ਦੇ ਨਾਲ ਜਿਹੜਾ ਖਿਲਵਾੜ ਕਰਨ, ਤੈਨੂੰ ਧਰਮ ਕਮਾਉਣ ਲਈ ਭੇਜਿਆ ਸੀ, ਧਰਮ ਨਾਲ ਖਿਲਵਾੜ ਕਰਨ ਲਈ ਨਹੀਂ ਸੀ ਭੇਜਿਆ। ਤੂੰ ਤੇ ਧਰਮ ਦੇ ਨਾਂ ਤੇ ਝੂਠੀਆਂ ਸੋਹਾਂ ਖਾਂਦਾ ਰਿਹਾ, ਕਸਮਾਂ ਚੁੱਕਦਾ ਰਿਹਾ ਧਰਮ ਦੇ ਨਾਂ ਤੇ। ਇੱਕ ਇੱਕ ਕਰਮ ਦਾ ਫਿਰ ਉੱਥੇ ਲੇਖਾ, ਫਿਰ ਉੱਥੇ ਸਾਡੇ ਕੋਲੋਂ ਜਵਾਬ ਕੋਈ ਨਹੀਂ ਆਉਣਾ। ਉੱਥੇ ਕਿਆ ਮੁੱਖ ਲੈ ਕੇ ਜਾਏ, ਉੱਥੇ ਫਿਰ ਕਿਹੜਾ ਮੂੰਹ ਆ? ਇੱਥੇ ਤੇ ਅਸੀਂ ਕਹਿੰਦੇ ਹਾਂ ਕੋਈ ਗੱਲ ਨਹੀਂ, ਮੇਰੇ ਕੋਲ ਪਾਵਰ ਬੜੀ ਹੈ, ਪਰ ਉੱਥੇ ਕੋਈ ਪਾਵਰ ਕੰਮ ਨਹੀਂ ਆਉਣੀ। ਉੱਥੇ ਮੂੰਹ ਲੁਕਾਉਣਾ ਛੁਪਾਉਣਾ ਔਖਾ ਹੋ ਜਾਣਾ, ਕਿਉਂਕਿ ਉੱਥੇ ਮੂੰਹ ਤੇ ਫਿਰ ਚੋਟਾਂ ਪੈਣੀਆਂ ਨੇ, ਉੱਥੇ ਫਿਰ ਚੋਟਾਂ ਪੈਣੀਆਂ, ਫਿਰ ਉੱਥੇ ਸਹਾਰਨੀਆਂ ਔਖੀਆਂ ਹੋ ਜਾਣਗੀਆਂ। ਇਸ ਲਈ ਅਸੀਂ ਧਰਮੀ ਅੰਦਰੋਂ ਧਰਮਸਾਲ ਬਣੀਏ, ਬਾਹਰੋਂ ਧਰਮਸਾਲ ਬਣਾ ਕੇ ਅਸੀਂ ਬੜਾ ਦੁਨੀਆ ਨੂੰ ਵਿਖਾਇਆ, ਪਰ ਹੁਣ ਲੋੜ ਹੈ ਅੰਦਰੋਂ ਧਰਮੀ ਬਣਨ ਦੀ। ਜੇ ਪ੍ਰਵਾਨ ਹੋਣਾ ਹੈ, ਧਿਆਨ ਰੱਖਣਾ, ਸਮਾਂ ਵੀ ਨੇੜੇ ਆਉਂਦਾ ਜਾ ਰਿਹਾ ਹੈ। ਸਾਹਿਬ ਜੀ ਕਹਿੰਦੇ ਤਿਸ ਵਿੱਚ ਰੱਖੀ, ਤਿਸ ਵਿੱਚ ਧਰਤੀ ਥਾਪ ਰੱਖੀ,
ਧਰਮਸਾਲ, ਉਸ ਧਰਮਸਾਲ ਦੇ ਵਿੱਚ ਸਾਹਿਬ ਜੀ ਕਹਿੰਦੇ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ। ਪਰ ਮਨੁੱਖ ਨੂੰ ਸਮਝਾਉਂਦਿਆਂ ਕਹਿ ਰਹੇ ਕਰਮੀ ਕਰਮੀ ਹੋਏ ਵਿਚਾਰ। ਤੇਰੇ ਕਰਮ ਦੀ ਵਿਚਾਰ ਕਹਿੰਦੇ ਉਸ ਮਾਲਕ ਦੇ ਘਰ ਦੇ ਵਿੱਚ ਫਿਰ ਹੋਣੀ ਹੈ। ਸੱਚਾ ਆਪ ਸੱਚਾ ਦਰਬਾਰ। ਜਿੱਥੇ ਕਰਮੀ ਕਰਮੀ ਹੋਏ ਵਿਚਾਰ ਹੈ ਨਾ, ਜਿੱਥੇ ਕਰਮ ਦੀ ਵਿਚਾਰ ਹੋਣੀ ਹੈ, ਕਹਿੰਦੇ ਸੱਚਾ ਆਪ ਸੱਚਾ ਦਰਬਾਰ। ਉਹ ਆਪ ਸੱਚਾ ਹੈ ਤੇ ਉਹਦਾ ਦਰਬਾਰ ਸੱਚਾ ਹੈ। ਤੇ ਜੇ ਬੈਠਣ ਵਾਲਾ ਝੂਠਾ ਹੋਏਗਾ ਤੇ ਉਹਦੇ ਦਰਬਾਰੀ ਵੀ ਝੂਠੇ ਹੀ ਹੋਣਗੇ। ਜਿਹੜਾ ਫੈਸਲਾ ਕਰਨ ਵਾਲਾ ਉਹ ਝੂਠਾ ਹੋਏਗਾ ਤੇ ਜਿਹੜੇ ਉਹਦੇ ਦਰਬਾਰ 'ਚ ਬੈਠੇ ਉਹ ਸੱਚੇ ਹੋਣਗੇ, ਉਹ ਵੀ ਝੂਠੇ ਹੀ ਹੋਣਗੇ। ਗੁਰੂ ਸਾਹਿਬ ਨੇ ਆਖਿਆ ਰਾਜਾ ਧਰਮੀ ਹੋਣਾ ਚਾਹੀਦਾ ਸੀ, ਪਰ ਰਾਜਾ ਹੀ ਕਸਾਈ ਨਿਕਲਿਆ ਤੇ ਉੱਥੇ ਫੈਸਲਾ ਕਿਹਨੇ ਕਰਨਾ ਸੀ? ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ। ਰਾਜਾ ਕਦੇ ਧਰਮੀ ਨਹੀਂ, ਰਾਜੇ ਦਾ ਪੁੱਤਰ ਵੀ ਕਦੇ ਧਰਮੀ ਨਹੀਂ ਬਣਦਾ। ਕਿਉਂ? ਜੇ ਉਹ ਬਣ ਜਾਏ ਤੇ ਉਹਨੂੰ ਪਤਾ ਵੀ ਮੇਰੇ ਖਿਲਾਫ ਹੋ ਜਾਏਗਾ। ਹੁਣ ਰਾਜਾ ਕੌਣ ਹੈ? ਜਿਹੜਾ ਇਹ ਪਹਿਰਲਾਦ ਹੈ, ਇਹ ਲੱਗੇ ਇਹ ਧਰਮੀ ਹੈ। ਹਰਨਾਕਸ਼ ਕੌਣ ਹੈ? ਰਾਜਾ, ਸਮੇਂ ਦਾ ਰਾਜਾ ਹੈ ਹਰਨਾਕਸ਼, ਪਰ ਉਹਦਾ ਪੁੱਤਰ ਧਰਮੀ ਹੋ ਗਿਆ, ਉਹਦੇ ਹੀ ਖਿਲਾਫ ਹੋ ਗਿਆ। ਕਿਉਂ? ਕਿਉਂਕਿ ਉਹਨੇ ਆਖਿਆ ਤੂੰ ਤੇ ਰਾਜਾ ਤੇ ਜ਼ਰੂਰ ਹੈ, ਪਰ ਤੂੰ ਕਸਾਈ ਬਣ ਕੇ ਪਰਜਾ ਨੂੰ ਹੀ ਲੁੱਟ ਰਿਹਾ ਹੈ। ਉਹਨੇ ਆਖਿਆ ਮੇਰੇ ਖਿਲਾਫ ਹੋ ਗਿਆ, ਇਹਨੂੰ ਹੀ ਵੱਢ ਦਿਓ, ਇਹਨੂੰ ਹੀ ਮੌਤ ਦੇ ਘਾਟ ਉਤਾਰ ਦਿਓ, ਕਿਉਂਕਿ ਮੇਰੇ ਹੀ ਖਿਲਾਫ ਬੋਲਣ ਲੱਗ ਗਿਆ। ਇਹ ਨਹੀਂ ਵੇਖਿਆ ਮੇਰਾ ਪੁੱਤਰ ਹੈ, ਉਹ ਕਹਿੰਦੇ ਮੇਰੇ ਹੀ ਖਿਲਾਫ ਬੋਲਣ ਲੱਗ ਗਿਆ, ਮਾਰ ਦਿਓ ਇਹਨੂੰ ਜਾਨੋ। ਇਸ ਲਈ ਸਾਹਿਬ ਕਹਿੰਦੇ ਤਾਂ ਰਾਜਾ ਕਦੇ ਧਰਮੀ ਨਹੀਂ ਬਣਦਾ। ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ। ਕੋਈ ਵਿਰਲਾ ਹੀ ਹੋਏਗਾ ਜਿਹੜਾ ਧਰਮੀ ਹੋ ਕੇ ਉਹਦੇ ਘਰ ਪ੍ਰਵਾਨ। ਹੁਣ ਇੱਥੇ ਧਿਆਨ ਰੱਖਿਓ, ਮਹਾਰਾਜ ਕਹਿੰਦੇ ਜਿੱਥੇ ਕਰਮੀ ਕਰਮੀ ਹੋਏ ਵਿਚਾਰ, ਉੱਥੇ ਕੀ ਹੈ? ਸੱਚਾ ਆਪ ਸੱਚਾ ਦਰਬਾਰ। ਉਹਦਾ ਦਰਬਾਰ ਵੀ ਸੱਚਾ ਤੇ ਉਹ ਆਪ ਵੀ ਜਿਸ ਤਖਤ ਤੇ ਬੈਠ ਕੇ ਨਿਆਂ ਕਰਨਾ, ਉੱਥੇ ਵੀ ਉਹ ਆਪ ਬਿਲਕੁਲ ਸੱਚਾ ਹੈ। ਤਿੱਥੈ ਸੋਹਨ ਪੰਚ ਪਰਵਾਣ। ਸਾਹਿਬ ਜੀ ਕਹਿੰਦੇ ਜਿਹੜਾ ਸੱਚਾ ਆਪ ਸੱਚਾ ਦਰਬਾਰ, ਉਹਦੇ ਦਰਬਾਰ ਵਿੱਚ ਕਿਹੜੇ ਸ਼ੋਭ ਰਹੇ ਨੇ, ਕਿਹੜੇ ਬੈਠੇ ਨੇ ਜਿਹੜੇ ਸੋਹਣੇ ਲੱਗ ਰਹੇ ਨੇ ਉਹਦੇ ਦਰਬਾਰ ਵਿੱਚ? ਤਿੱਥੈ ਸੋਹਨ ਪੰਚ ਪਰਵਾਨ। ਹੁਣ ਫਿਰ ਉੱਥੇ ਹੀ ਜਾਣਾ ਪੈਣਾ ਆਪਾਂ ਨੂੰ। ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਕਹਿੰਦੇ ਜਿਨ੍ਹਾਂ ਨੇ ਝੂਠ ਦਾ ਪੱਲਾ ਛੱਡ ਕੇ, ਕੂੜ ਦਾ ਪੱਲਾ ਛੱਡ ਕੇ, ਗੁਰੂ ਦਾ ਗਿਆਨ ਲੈ ਕੇ ਸਚਿਆਰ ਬਣ ਕੇ ਸੱਚ ਵਿੱਚ ਸਮਾ ਗਏ, ਜਿਨ੍ਹਾਂ ਨੂੰ ਹੁਣ ਖਰੀਦਿਆ ਨਹੀਂ ਜਾ ਸਕਦਾ, ਜਿਨ੍ਹਾਂ ਨੂੰ ਇਨਸਾਨੀਅਤ, ਜਿਨ੍ਹਾਂ ਦੀ ਜ਼ਮੀਰ ਇਮਾਨਦਾਰੀ ਖਰੀਦੀ ਨਹੀਂ ਜਾ ਸਕਦੀ ਹੈ, ਉਹ ਪੰਚ ਉਹਦੇ ਦਰਬਾਰ ਵਿੱਚ ਸੋਹਣੇ ਲੱਗਦੇ ਨੇ ਬੈਠੇ। ਉੱਥੇ ਹੁਣ ਕੋਈ ਜਿਵੇਂ ਦੁਨਿਆਵੀ ਤਲ ਤੇ ਕਹਿ ਲਈਏ, ਉੱਥੇ ਕੋਈ ਮੰਤਰੀ ਨਹੀਂ ਬੈਠਾ, ਕੋਈ ਉੱਥੇ ਨੇਤਾ ਨਹੀਂ ਬੈਠਾ, ਕੋਈ ਉੱਥੇ ਕੂੜ ਦਾ ਪੁਜਾਰੀ ਨਹੀਂ ਬੈਠਾ ਹੋਇਆ, ਕੋਈ ਉੱਥੇ ਰਿਸ਼ਵਤ ਲੈਣ ਵਾਲਾ ਨਹੀਂ ਬੈਠਾ ਹੋਇਆ, ਕੋਈ ਸਿਫਾਰਿਸ਼ੀ ਨਹੀਂ ਉੱਥੇ ਬੈਠਾ ਹੋਇਆ ਕਿ ਚਲੋ ਆ ਮੇਰੀ ਸਿਫਾਰਿਸ਼ ਦਾ ਬੰਦਾ ਹੈ, ਇਹਨੂੰ ਛੱਡ ਦਿਓ, ਆ ਰਿਸ਼ਵਤ ਦੇਣ ਲਈ ਆਇਆ, ਚਲੋ ਇਹਦੇ ਹੱਕ 'ਚ ਫੈਸਲਾ ਸੁਣਾ ਦਿਓ। ਉਹਦੇ ਦਰਬਾਰ ਵਿੱਚ ਫਿਰ ਉਹ ਗੱਲਾਂ ਨਹੀਂ ਹੁੰਦੀਆਂ। ਅਖੀਰ ਫਿਰ ਸਾਨੂੰ ਆਸ ਤੇ ਉਹਦੇ ਤੇ ਹੀ ਹੁੰਦੀ ਹੈ ਨਾ। ਜਦੋਂ ਦੁਨੀਆ ਤੋਂ ਇਨਸਾਫ ਨਾ ਮਿਲੇ ਫਿਰ ਬੰਦਾ ਕੀ ਕਹਿੰਦਾ ਹੈ? ਕਹਿੰਦੇ ਰੱਬ ਦੇ ਘਰੋਂ ਤਾਂ ਜ਼ਰੂਰ ਮਿਲੇਗਾ, ਕਿਉਂਕਿ ਸੱਚਾ ਆਪ ਸੱਚਾ ਦਰਬਾਰ। ਉਹ ਆਪ ਵੀ ਸੱਚਾ ਹੈ, ਉਹਦਾ ਦਰਬਾਰ, ਤੇ ਉਹਦੇ ਦਰਬਾਰ ਦੇ ਵਿੱਚ ਬੈਠੇ ਕੌਣ ਨੇ? ਜਿਹੜੇ ਉਹਦੇ ਦਰ ਤੇ ਪ੍ਰਵਾਨ ਹੋਣ ਵਾਲੇ ਨੇ। ਉਹ ਉਹਦੇ ਦਰ ਤੇ ਬੈਠੇ ਹੋਏ ਨੇ, ਜਿਹੜੇ ਸ਼ੋਭ ਰਹੇ ਨੇ, ਸੋਹਣੇ ਲੱਗ ਰਹੇ ਨੇ। ਤਿੱਥੈ ਸੋਹਨ ਪੰਚ ਪਰਵਾਨ, ਉਹਦੇ ਘਰ ਜਿਹੜੇ ਪ੍ਰਵਾਨ ਹੋਏ ਹੋਏ ਹਨ। ਨਦਰੀ ਕਰਮ ਪਵੈ ਨਿਸ਼ਾਨ। ਕਹਿੰਦੇ ਜਿਹੜੇ ਉਹ ਗੁਰਮੁਖ ਜਨ, ਜਦੋਂ ਤੁਸੀਂ ਆ ਗੁਰਮੁਖਾਂ ਦੀ ਨਜ਼ਰ ਵਿੱਚ ਆ ਜਾਓਗੇ ਤੇ ਉਹਦੇ ਘਰ ਪ੍ਰਵਾਨ ਹੋ ਜਾਓਗੇ, ਤੇ ਉਹਨੇ ਫਿਰ ਤੁਹਾਨੂੰ ਪ੍ਰਵਾਨਗੀ ਦਾ ਨਿਸ਼ਾਨ ਤੁਹਾਡੇ ਮੱਥੇ ਤੇ ਲਾ ਦੇਣਾ, ਤੁਹਾਨੂੰ ਰਾਹਦਾਰੀ ਦੇ ਦੇਣੀ ਹੈ। ਸੰਗਤ ਕਰਨੀ ਕਿਉਂ ਜ਼ਰੂਰੀ ਸੀ? ਗੁਰਦੁਆਰੇ ਆਉਣਾ ਕਿਉਂ ਜ਼ਰੂਰੀ ਸੀ? ਕਿਉਂਕਿ ਪ੍ਰਵਾਨਗੀ ਤੇ ਇੱਥੋਂ ਹੀ ਮਿਲਣੀ ਹੈ। ਨਿਸ਼ਾਨ ਦਾ ਅਰਥ ਹੈ ਸਟੈਂਪ, ਮੋਹਰ ਤੇ ਇੱਥੇ ਹੀ ਲੱਗਣੀ ਹੈ। ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ, ਤੇਰੇ ਤੇਰੇ ਸੇਵਕੋ ਭਉ ਕਿਛ ਨਹੀਂ, ਜਮ ਨਹੀਂ ਆਵੈ ਨੇਰੇ। ਜਮ ਕਿਉਂ ਨਹੀਂ ਆਇਆ? ਕਿਉਂਕਿ ਨਿਸ਼ਾਨ ਲੱਗਾ ਹੋਇਆ ਸੀ। ਜੇ ਕਿਤੇ ਸਰਕਾਰੀ ਮੋਹਰ ਲੱਗੀ ਹੋਵੇ ਤੇ ਕੋਈ ਨੇੜੇ ਆਉਂਦਾ? ਕੋਈ ਨਹੀਂ ਆਉਂਦਾ, ਪਤਾ ਵੀ ਇਹ ਸਰਕਾਰੀ ਹੈ।
ਇਸੇ ਤਰ੍ਹਾਂ ਜਦੋਂ ਮੋਹਰ ਲੱਗ ਗਈ ਨਾ, ਗੁਰੂ ਦੀ ਸਟੈਂਪ ਲੱਗ ਗਈ, ਤੇ ਫਿਰ ਜੰਮ ਵੀ ਨੇੜੇ ਨਹੀਂ ਆਉਂਦਾ। ਪਰ ਉਹ ਲੱਗਣੀ ਕਿੱਥੇ ਆ ਜਿਹੜੇ ਗੁਰਮੁਖ ਜਨ ਨੇ। ਐਵੇਂ ਨਹੀਂ ਸੀ ਮਹਾਰਾਜ ਨੇ ਕਿਹਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਪਰ ਸੰਗਤ ਵਿੱਚ ਉਹੀ ਮਿਲੇਗਾ ਜਿਹੜਾ ਸਚਿਆਰ ਹੋਏਗਾ, ਕਿਉਂਕਿ ਕੁੜਿਆਰ ਟਿਕ ਨਹੀਂ ਸਕੇਗਾ। ਉਹ ਗੱਲ ਖਰੀ ਗੱਲ, ਸੱਚੀ ਗੱਲ ਸੁਣ ਨਹੀਂ ਸਕੇਗਾ। ਉਹ ਉੱਠ ਕੇ ਚਲਾ ਜਾਏਗਾ, ਕਿਉਂਕਿ ਉਹ ਸੋਚੇਗਾ ਵੀ ਇਹ ਤੇ ਮੈਨੂੰ ਸੁਣਾ ਰਹੇ ਆ, ਇਹ ਤੇ ਮੈਨੂੰ ਲਾ ਕੇ ਕਹਿ ਰਹੇ ਆ। ਪਰ ਨਹੀਂ, ਵਿਚਾਰ ਸਾਰਿਆਂ ਲਈ ਸਾਂਝੀ ਹੁੰਦੀ ਹੈ, ਕਿਸੇ ਇੱਕ ਨੂੰ ਲਾ ਕੇ ਲਗਾ ਕੇ ਸੁਣਾਉਣ ਲਈ ਨਹੀਂ ਹੁੰਦੀ। ਪਰ ਜਿਹਨੂੰ ਲੱਗਦਾ ਹੈ ਇਹਦਾ ਮਤਲਬ ਉਹਦੇ ਅੰਦਰ ਕੋਈ ਕਮੀ ਹੈ, ਉਹਨੂੰ ਤਾਂ ਹੀ ਤੇ ਉਹਨੂੰ ਬਰਦਾਸ਼ਤ ਨਹੀਂ ਹੋਈ ਗੱਲ। ਸਚਿਆਰ ਜਿਹੜਾ ਹੈ ਉਹਨੂੰ ਪਤਾ ਹੈ ਵੀ ਮੈਂ ਇਸ ਪਾਸਿਓਂ ਦੀ ਛੁਟਕਾਰਾ ਪਾ ਲਿਆ, ਇਹ ਗੱਲਾਂ ਮੇਰੇ ਵਾਸਤੇ ਨਹੀਂ, ਮੈਂ ਤੇ ਪ੍ਰਵਾਨ ਹੋ ਗਿਆ। ਇਸ ਲਈ ਖੈਰ ਸਮਾਂ ਵੀ ਸਮਾਪਤ ਹੋ ਗਿਆ, ਵਿਚਾਰਾਂ ਬਹੁਤ ਨੇ। ਸਾਹਿਬ ਜੀ ਕਹਿੰਦੇ ਧਿਆਨ ਰੱਖਿਓ, ਤਿੱਥੈ ਸੋਹਨ ਪੰਜ ਪ੍ਰਵਾਨ। ਉਹ ਜਿਹੜੇ ਪੰਜ ਜਿਹੜੇ ਧਰਮੀ ਨੇ, ਹੁਕਮੀ ਨੇ, ਜਿਹੜੇ ਉਹ ਧਰਮੀ ਹੁਕਮੀ ਉਹਦੇ ਦਰ ਤੇ ਪ੍ਰਵਾਨ ਹੋਏ ਸ਼ੋਭਦੇ ਨੇ। ਨਦਰੀ ਕਰਮ ਪਵੈ ਨਿਸ਼ਾਨ। ਕਹਿੰਦੇ ਜਦੋਂ ਜਿਹਦੇ ਦਰਬਾਰ ਵਿੱਚ ਜਾਣਾ, ਇੱਕ ਤੇ ਉਹਦੀ ਨਜ਼ਰ, ਤੇ ਇੱਕ ਜਿਹੜੇ ਗੁਰਮੁਖ ਜਨ ਸਨ ਉਹਨਾਂ ਸਤ ਸੰਗੀਆਂ। ਇੱਕ ਬਚਨ ਆਪਾਂ ਬੜੀ ਵਾਰ ਪੜਿਆ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਉਹ ਜਿਹੜਾ ਸੰਤਨ ਕਾ ਸਦਕਾ ਉਹਨੂੰ ਕਹਿੰਦੇ ਨਦਰੀ ਕਰਮ ਪਵੈ ਨਿਸ਼ਾਨ। ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਮੇਰੇ ਪਾਪੀ ਦਾ ਪੜਦਾ ਕੱਜ ਲਿਆ। ਪਰ ਕੱਜਿਆ ਕਿਵੇਂ? ਆ ਜਿਹੜੇ ਗੁਰਮੁਖਾਂ ਵਿੱਚ ਆ ਕੇ ਮੈਂ ਬੈਠਾ ਸਾਂ, ਇਹਨਾਂ ਦੀ ਵੀ ਕਿਤੇ ਨਜ਼ਰ ਹੋ ਗਈ, ਤੇ ਨਿਸ਼ਾਨ ਉਹਦੀ ਪ੍ਰਵਾਨਗੀ ਦਾ ਜਿਹੜਾ ਸੀ ਮੇਰੇ ਆਤਮਿਕ ਮੰਡਲ ਦੇ ਵਿੱਚ ਮੈਨੂੰ ਪ੍ਰਾਪਤ ਹੋ ਗਿਆ। ਇਸ ਲਈ ਮਹਾਰਾਜ ਕਹਿੰਦੇ ਉਹਦੇ ਦਰਬਾਰ ਵਿੱਚ ਸੱਚ ਹੈ। ਉਹਦੇ ਦਰਬਾਰ ਵਿੱਚ ਜਿਹੜੇ, ਜਿਵੇਂ ਹੁਣ ਦੇਖੋ ਪਰਮਾਤਮਾ ਪਰਮੇਸ਼ਵਰ ਕੀ ਹੈ? ਉਹ ਇੱਕ ਜੱਜ ਹੈ, ਤੇ ਜਿਹੜਾ ਜੱਜ ਹੁੰਦਾ ਉਹਦੇ ਅੱਗੇ ਵਕੀਲ ਹੁੰਦੇ ਆ, ਅੱਗੋਂ ਫਿਰ ਉਹਦੇ ਦਰਬਾਰ ਵਿੱਚ ਬੈਠਣ ਵਾਲੇ ਲੋਕ। ਜਾਂ ਰਾਜਾ ਹੁੰਦਾ ਹੈ, ਉਹਦੇ ਮੰਤਰੀ ਬੈਠੇ ਹੁੰਦੇ ਦਰਬਾਰ ਵਿੱਚ। ਜਿਹੜਾ ਪਰਮੇਸ਼ਵਰ ਹੈ ਨਾ, ਰਾਜਾਨ ਰਾਜ, ਉਹਦੇ ਦਰਬਾਰ ਵਿੱਚ ਝੂਠਾ ਨਹੀਂ ਬਹਿ ਸਕਦਾ। ਉਹਦੇ ਦਰਬਾਰ ਵਿੱਚ ਕੋਈ ਰਿਸ਼ਵਤਖੋਰ ਨਹੀਂ ਬਹਿ ਸਕਦਾ। ਉਹਦੇ ਦਰਬਾਰ ਵਿੱਚ ਕੋਈ ਹਰਾਮਖੋਰ ਲੂਣ ਹਰਾਮੀ ਨਹੀਂ ਬਹਿ ਸਕਦਾ। ਉਹਦੇ ਦਰਬਾਰ ਵਿੱਚ ਖਰੇ ਬੈਠਦੇ ਨੇ। ਇਸ ਲਈ ਜਦੋਂ ਉਹਨਾਂ ਦੀ ਵੀ ਨਜ਼ਰ ਹੁੰਦੀ ਹੈ ਤਾਂ ਜਾ ਕੇ ਫਿਰ ਕਹਿੰਦੇ ਨੇ ਇਹ ਬਖਸ਼ਿਸ਼ ਦਾ ਨਿਸ਼ਾਨ ਸਾਡੇ ਜੀਵਨ ਉੱਤੇ ਆਉਂਦਾ ਹੈ। ਅੱਜ ਪਕਾਈ ਉਥੈ ਪਾਏ। ਇੱਥੇ ਅਸੀਂ ਭਾਵੇਂ ਜਿੰਨੀ ਮਰਜ਼ੀ ਬੜਕਾਂ ਮਾਰੀ ਜਾਈਏ, ਜਿੰਨੀ ਮਰਜ਼ੀ ਅਸੀਂ ਲਲਕਾਰੇ ਮਾਰਦੇ ਰਹੀਏ, ਮੈਂ ਬੜਾ ਧਰਮੀ ਹਾਂ, ਬੜਾ ਧਰਮੀ ਹਾਂ, ਸਾਹਿਬ ਕਹਿੰਦੇ ਤੇ ਉੱਥੇ ਹੀ ਪਤਾ ਲੱਗਣਾ ਕੱਚਾ ਕਿਹੜਾ ਹੈ ਤੇ ਪੱਕਾ ਕਿਹੜਾ ਹੈ, ਸੱਚਾ ਕਿਹੜਾ ਹੈ ਤੇ ਝੂਠਾ ਕਿਹੜਾ ਹੈ। ਇੱਥੇ ਭਾਵੇਂ ਅਸੀਂ ਸੱਚੇ ਨੂੰ ਝੂਠਾ ਤੇ ਝੂਠੇ ਨੂੰ ਸੱਚਾ ਬਣਾ ਦਈਏ, ਪਰ ਪਤਾ ਉੱਥੇ ਜਾ ਕੇ ਲੱਗਣਾ ਹੈ ਕਿ ਕਿਹੜਾ ਕੱਚਾ ਤੇ ਕਿਹੜਾ ਪੱਕਾ। ਕੱਚ ਪਕਾਈ ਉੱਥੇ ਪਾਏ। ਉੱਥੇ ਦਾ ਅਰਥ ਹੈ ਜਿੱਥੇ ਕਰਮੀ ਕਰਮੀ ਹੋਏ ਵਿਚਾਰ, ਤੇ ਜਿੱਥੇ ਸੱਚ ਦਾ ਦਰਬਾਰ ਤੇ ਬੈਠਣ ਵਾਲੇ ਵੀ ਸੱਚੇ ਨੇ, ਉੱਥੇ ਪਤਾ ਲੱਗਣਾ ਹੈ ਕਿ ਕਿਹੜਾ ਪੂਰਾ ਤੇ ਕਿਹੜਾ ਅਧੂਰਾ, ਕਿਹੜਾ ਖੋਟਾ ਤੇ ਕਿਹੜਾ ਖਰਾ ਹੈ। ਨਾਨਕ ਗਿਆ ਜਾਪੈ ਜਾਏ। ਪਰ ਜਿੱਥੇ ਇਹ ਫੈਸਲੇ ਹੋਣੇ ਨੇ ਕਰਮੀ ਦੇ, ਕਰਮੀ ਹੋਏ ਵਿਚਾਰ ਦੇ, ਸਭ ਕਹਿੰਦੇ ਨਾਨਕ ਗਿਆ ਜਾਪੈ ਜਾਏ। ਇਹ ਉਸ ਦਰ ਤੇ ਗਿਆ ਹੀ ਪਤਾ ਲੱਗਣਾ ਹੈ ਕਿ ਕਿਹਨਾਂ ਨੂੰ ਥਾਂ ਮਿਲਣੀ ਹੈ ਤੇ ਕਿਹਨਾਂ ਖੋਟਿਆਂ ਨੂੰ ਬਾਹਰ ਸੁੱਟਿਆ ਜਾਣਾ ਹੈ। ਸਾਨੂੰ ਤੇ ਸਮਝਾਇਆ ਜਾ ਰਿਹਾ ਹੈ, ਜਿਤ ਪੀਤੈ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਫਿਰ ਉੱਥੇ ਧੱਕਾ ਜਦੋਂ ਵੱਜਾ ਨਾ, ਫਿਰ ਪਤਾ ਲੱਗਣਾ ਕਿ ਮੈਂ ਤੇ ਕੱਚਾ ਹੀ ਰਹਿ ਗਿਆ, ਮੈਂ ਤੇ ਅਧੂਰਾ ਹੀ ਰਹਿ ਗਿਆ, ਮੈਂ ਤੇ ਖੋਟਾ ਹੀ ਰਹਿ ਗਿਆ। ਮੈਨੂੰ ਸਮਝਾਇਆ ਜਾ ਰਿਹਾ ਸੀ ਪਰ ਮੈਂ ਸਮਝਿਆ ਨਹੀਂ। ਆਹ ਦਰਬਾਰ ਹੈ, ਆਹ ਸੱਚੇ ਦਾ ਦਰਬਾਰ। ਤੇ ਇੱਥੇ ਫੈਸਲਾ ਸੁਣਾਉਣ ਵਾਲਾ ਕੌਣ ਹੈ? ਗੁਰੂ ਗ੍ਰੰਥ ਸਾਹਿਬ ਜੀ। ਇੱਥੇ ਸਮਝਾਉਣ ਵਾਲਾ ਕੌਣ ਹੈ? ਗੁਰੂ ਗ੍ਰੰਥ ਸਾਹਿਬ ਜੀ। ਤੇ ਇੱਥੇ ਆ ਕੇ ਗੁਰਬਾਣੀ ਨੂੰ ਸੁਣ ਕੇ ਪੜ੍ਹ ਵਿਚਾਰ ਕੇ ਹੀ ਪਤਾ ਲੱਗਣਾ ਕਿ ਅਸੀਂ ਅੰਦਰੋਂ ਕਿੰਨੇ ਕੁ ਖੋਟੇ ਤੇ ਕਿੰਨੇ ਕੁ ਖਰੇ ਹਾਂ। ਇਸ ਲਈ ਅਰਦਾਸ ਕਰੀਏ, ਸਤਿਗੁਰੂ ਤੁਹਾਡੇ ਸੱਚੇ ਦਰਬਾਰ ਵਿੱਚ ਆਏ ਹਾਂ, ਸਾਡੇ ਤੇ ਇੱਕ ਮਿਹਰ ਕਰ ਦਿਓ। ਅਸੀਂ ਆਪਣੇ ਗਿਰੀਵਾਨ ਵਿੱਚ ਝਾਤੀ ਮਾਰੀ ਤੇ ਸਾਡੀਆਂ ਅੱਖਾਂ ਵਿੱਚ ਹੰਝੂ ਆ ਗਏ। ਅਸੀਂ ਖੈਰ ਬੇਨਤੀ ਕਰਨ ਆਏ ਹਾਂ, ਤੁਹਾਡੇ ਘਰ ਪ੍ਰਵਾਨਗੀ ਮਿਲ ਜਾਏ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ
ਵੱਡ ਗੁਨਾਹਗਾਰ ਲੇਖੈ ਕਤੇ ਨਾ ਛੂਟੀਐ। ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ। ਪਾਰ ਉਤਾਰ ਮੈਨੂੰ ਭਰੋਸਾ ਹੈ ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਹਨੂੰ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਭਰਿਆ ਰੇ। ਸਾਡੇ ਆਉਣ ਦਾ ਇਹ ਮਕਸਦ ਹੈ। ਜਦੋਂ ਇੱਥੇ ਆਵਾਂਗੇ ਫਿਰ ਅਗਲੀਆਂ ਵਿਚਾਰਾਂ ਸਮਝ ਵਿੱਚ ਆਉਣਗੀਆਂ। ਇਹ ਹੈ ਧਰਮ ਖੰਡ ਦੀ ਸੱਚਾਈ ਜਿਹਨੂੰ ਸਮਝ ਕੇ ਆਪਾਂ ਅੱਗੇ ਤੁਰਨਾ ਹੈ। ਸਤਿਗੁਰੂ ਮਿਹਰ ਕਰਨ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਜੀ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖ ਕੇ ਆਪ ਹੀ ਵਿਚਾਰ ਕਰਵਾਉਣ, ਤੁਹਾਨੂੰ ਬਾਣੀ ਦੇ ਧਾਰਨੀ ਬਣਾਉਣ। ਚੰਗੇ ਗੁਣ ਜਿਹੜੇ ਆ ਉਹ ਅਸੀਂ ਧਾਰਨ ਕਰਕੇ ਅਵਗੁਣਾਂ ਤੋਂ ਬੁਰਾਈਆਂ ਤੋਂ ਛੁਟਕਾਰਾ ਪਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਵਾਲਾ ਜੀਵਨ ਬਣਾ ਸਕਾਂਗੇ। ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਜਿਤੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ। ਕੱਚ ਪਕਾਈ ਔਥੈ ਪਾਏ ਨਾਨਕ ਦਇਆ ਜਾਪੈ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।